क्यूबेक दे विच 3 अक्तूबर नूं चोणां होण जा रहीआं ने। 43rd प्रोविंशियल इलैक्शन हैगी है यह ते सारियां सियासी पार्टियां ने प्रचार शुरू किया होया कि NDP ते लिबरल पार्टी वाले अपने अपने पोज प्रैस नूं दे रहे सी। वो कहंदे सी असीं दूजे नंबर ते आउणा, NDP वाले कहंदे ने असीं दूजे नंबर ते कहते कि साडे लड़ाई हुंदी रही है भी वख होना जां नहीं होना। इशू ये नहीं है क्यूबेक दे असीं कैनेडा तो वख होना जां नहीं होना। इशू हैगा असीं ठीक है, सानू कोई इस सवाल ते लड़न की लोड़ नहीं। देखियो कि जेडे फैडरलिस्ट जेडे अपने आप नूं नैशनलिस्ट कहंदे हुंदे सी वो उन्ना चिर तां रौला पाउणगे कि असीं एक देश की गल करदे हां, असीं नहीं वख होना। वो जिस दिन वो उही बंदे आ ਜਿਹੜੇ PQ ਦੇ ਵਿੱਚ ਚੱਲ ਜਾਂਦੇ ਸੀ ਉਸੇ ਦਿਨ ਫਿਰ ਰੌਲਾ ਪਾਉਣ ਲੱਗ ਪਏ ਸੀ ਅਸੀਂ ਜੇ ਵੱਖ ਨਹੀਂ ਹੁੰਦੇ ਤਾਂ ਅਸੀਂ ਖਤਮ ਹੋ ਜਾਣਾ, ਸਾਡੀ ਭਾਸ਼ਾ ਖਤਮ ਹੋ ਜਾਣੀ ਆ, ਸਾਡਾ ਸੱਭਿਆਚਾਰ ਖਤਮ ਹੋ ਜਾਣਾ। ਉਹਨਾਂ ਨੂੰ ਹੁਣ ਰੈਜ਼ੀਡੈਂਸ਼ੀਅਲ ਸਕੂਲ ਮੁਆਵਜ਼ੇ ਦੇ ਮੁਕੱਦਮੇ ਵਿੱਚ ਗਵਾਹੀ ਦੇਣ ਦੇ ਲਈ ਪੇਸ਼ ਹੋਣਾ ਹੀ ਪੈਣਾ ਕਿਉਂਕਿ ਉਹਨਾਂ ਨੂੰ ਜਿਹੜਾ ਸਪੀਨਾ ਨੋਟਿਸ ਆ ਉਹ ਇਸ਼ੂ ਹੋ ਚੁੱਕਿਆ। रो तो पे आ ये बहुत, प्रधानमंत्री आए आ वो रोए आ ते इन्होंने बड़े स्टेटमेंट्स दिंदे आ, फिर PR वाले ने लिख के दित्तियां हुंदियां कहंदे घर दे भाग डेढ़ी तो दिस पैंदे आ। जदों कैमलूप्स दे विच पहली वारी होया सी ना रेजिडेंशियल स्कूल दे बच्चों दीयां लाशां लभीआं सी, प्रधानमंत्री उत्थे गए, इन्होंने रोए। ये इज अ गुड एक्टर एक्चुअली, यदी दाद देनी चाहिए। तुसीं स्टेटमेंट दे जाने ਇਹਦਾ मतलब भी हुंदा कोई कि ये सिर्फ स्टेटमेंट ही रहनी है। फॉर्मर US प्रेसिडेंट डोनाल्ड ट्रंप ने ਹੁਣ ਆਪਣਾ ਜਿਹੜਾ ਗੁੱਸਾ ਹੈਗਾ ਉਹ ਡਿਪਾਰਟਮੈਂਟ ਆਫ ਜਸਟਿਸ ਤੇ ਝਾੜਿਆ। ਦੇਖੋ ਜਿਹੜੇ ਉਹਨਾਂ ਦੇ ਰੈਜ਼ੀਡੈਂਸ ਤੇ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਸੀ FBI ਨੇ, ਉਹਨਾਂ ਨੇ ਕਿਹਾ ਸੀ ਕਿ ਸਪੈਸ਼ਲ ਮਾਸਟਰ ਜਿਹੜਾ ਰਿਟਾਇਰਡ ਜੱਜ ਆ ਕੋਈ ਖਾਸ, ਉਹ ਡਿਟਰਮਨ ਕਰੇ, ਫੈਸਲਾ ਕਰੇ ਕਿ ਇਹਦੇ ਵਿੱਚੋਂ ਕਿਹੜੇ ਡਾਕੂਮੈਂਟਸ ਜਿਹੜੇ ਆ ਕਲਾਸੀਫਾਈਡ ਸੀ ਜਾਂ ਨਹੀਂ ਕਲਾਸੀਫਾਈਡ, ਜਾਂ ਕਿਹੜੇ ਡਾਕੂਮੈਂਟ ਜਿਹੜੇ ਸਮਝਦੇ ਆ ਕਿ ਪਬਲਿਕ ਕੀਤੇ ਜਾਣ ਤਾਂ ਕਿਹੜੇ ਡਾਕੂਮੈਂਟਸ ਨਹੀਂ ਪਬਲਿਕ ਕੀਤੇ ਜਾਣ। ਤੁਸੀਂ ਦੇਖਿਆ ਹੋਣਾ ਪਲੇਨ ਦੇ ਵਿੱਚ ਜਾਂਦੇ ਆ, ਪਲੇਨਾਂ ਦਾ 에ਅਰਫੋਰਸ 1 ਜਿਹੜਾ ਜਿਹਨੂੰ ਕਹਿੰਦੇ ਆ ਉਹ ਇਹਨਾਂ ਦਾ ਆਪਣਾ ਹੀ ਪਲੇਨ ਹੁੰਦਾ। ਹਾਂਜੀ, ਉਹਦੇ ਵਿੱਚ ਬੈਠ ਕੇ ਕੰਮ ਕਰਦੇ ਆ। ਐਕਚੁਅਲੀ ਉੱਥੇ ਆਫਿਸ ਬਣਾਇਆ ਇਹਨਾਂ ਨੇ ਜੀ, ਆਫਿਸ ਦੇ ਵਿੱਚ ਬੈਠਾ ਪ੍ਰੈਜ਼ੀਡੈਂਟ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਵਿੱਚੋਂ ਕਈ ਵਾਰ ਕਲਾਸੀਫਾਈਡ ਇਨਫੋਰਮੇਸ਼ਨ ਦੇਖਦੇ ਆ ਕਿਹੜੀ ਹੈਗੀ ਆ ਕਿਹੜੀ ਨਹੀਂ। ਹੁਣ ਇਸ ਗੱਲ ਤੋਂ ਵੀ ਡਰਦੇ ਹੋਣੇ ਆ ਵੀ ਜੇ ਉਹ ਜੱਜ ਨੇ ਇਹ ਕਹਿਤਾ ਕਿ ਕਲਾਸੀਫਾਈਡ ਹੈ ਹੀ ਨਹੀਂ, ਜਿਹੜਾ ਚੀਫ ਐਗਜ਼ੈਕਟਿਵ ਆ ਉਹ ਕਿਸੇ ਵੀ ਡਾਕੂਮੈਂਟ ਨੂੰ ਅਨਕਲਾਸੀਫਾਈਡ ਕਰ ਸਕਦਾ। ਹੰਗਰੀ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਜਿਹੜੇ ਰਸ਼ੀਅਨ ਟੂਰਿਸਟ ਹੈਗੇ ਪਹਿਲਾਂ ਐਕਚੁਅਲੀ ਉਧਰ ਤੇ ਬੈਨ ਲਗਾਉਣ ਦੇ ਲਈ ਜਿਹੜੇ EU ਮੈਂਬਰ ਸੀਗੇ ਉਹ ਇਕੱਠੇ ਹੋਏ ਸੀ, ਉਹ ਸੋਚਦੇ ਸੀ ਵੀ ਉਹ ਬੈਨ ਲਗਾ ਦੇਣਗੇ। ਕੁਛ ਇੱਕ ਨੇਸ਼ਨਸ ਤੇ ਕੁਛ ਇੱਕ ਦੇਸ਼ਾਂ ਤੇ ਅਮਰੀਕਾ ਵਾਲੇ ਥੋੜੇ ਜਿਹੇ ਉਂਗਲੀਆਂ ਉਠਾਉਂਦੇ ਰਹੇ ਆ। ਸਾਡੇ ਨਾਲ ਨਹੀਂ ਚੱਲ, ਕਦਮ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ। ਹਾਂਜੀ, ਜੋ ਸਾਡੀ ਇੱਕ ਪਾਲਿਸੀ ਹੁੰਦੀ ਹੈ ਨੇਟੋ ਦੀ ਉਹੋ ਹੀ ਅਪਣਾਉਣੀ ਚਾਹੀਦੀ ਹੈ। ਟ੍ਰੇਡ ਇੰਡੀਆ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 1 ਸਤੰਬਰ 2022 प्रोग्राम पंजाबी आवाज़ च तुहाडा स्वागत है।
ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 604 592 9191। प्रोग्राम च स्वागत करते हैं डॉक्टर सुंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब। अज गलबात का सिलसिला आपां क्यूबेक तो शुरू करते हैं। क्यूबेक दे विच 3 अक्तूबर नूं चोणां होण जा रहीआं ने। 43rd प्रोविंशियल इलैक्शन हैगी है ये ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਚਾਰ ਸ਼ੁਰੂ ਕੀਤਾ ਹੋਇਆ। ਹੁਣ ਮਹੱਤਵਪੂਰਨ ਸਵਾਲ ਇਹ ਨਹੀਂ ਵੀ ਕੌਣ ਜਿੱਤਦਾ, ਸਵਾਲ ਇਹ ਹੈ ਕਿ ਦੂਸਰੇ ਨੰਬਰ ਤੇ ਕੌਣ ਆਉਂਦਾ। ਮਗਰਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਅੰਟੇਰੀਓ ਦੇ ਵਿੱਚ ਵੀ ਇਦਾਂ ਹੋਣ ਲੱਗ ਪਿਆ ਸੀ ਕਿ NDP ਤੇ ਲਿਬਰਲ ਪਾਰਟੀ ਵਾਲੇ ਆਪਣੇ ਆਪਣੇ ਪੋਜ਼ ਪ੍ਰੈਸ ਨੂੰ ਦੇ ਰਹੇ ਸੀ। ਉਹ ਕਹਿੰਦੇ ਸੀ ਅਸੀਂ ਦੂਜੇ ਨੰਬਰ ਤੇ ਆਉਣਾ, NDP ਵਾਲੇ ਕਹਿੰਦੇ ਨੇ ਅਸੀਂ ਦੂਜੇ ਨੰਬਰ ਤੇ ਆਉਣਾ। ਹਾਂਜੀ, ਦੂਸਰੇ ਨੰਬਰ ਤੇ ਆਉਣ ਦੇ ਲਈ ਮੁਕਾਬਲਾ ਸੀ। ਇਹ ਪਹਿਲੀ ਵਾਰੀ ਐਵੇਂ ਤੁਸੀਂ ਸੁਣੋਗੇ ਵੀ ਦੂਜੇ ਨੰਬਰ ਤੇ ਆਉਣ ਲਈ ਰੇਸ ਚੱਲ ਰਹੀ ਹੈ। ਹਾਂਜੀ, ਇਸੇ ਤਰ੍ਹਾਂ ਕਿਊਬੈਕ ਦੇ ਵਿੱਚ ਦੂਜੇ ਨੰਬਰ ਤੇ ਰੇਸ ਚੱਲ ਰਹੀ ਹੈ। ਪਹਿਲਾ ਨੰਬਰ ਜਿਹੜਾ ਕੋਲੀਸ਼ਨ ਐਵਨਾਰ ਕਿਊਬੈਕ ਆ, ਲਿਟਰਲ ਟ੍ਰਾਂਸਲੇਸ਼ਨ ਇਹਦੀ ਜੇ ਕਰਨੀ ਹੋਵੇ ਕਿਊਬੈਕ ਦਾ ਭਵਿੱਖ ਕੋਲੀਸ਼ਨ ਹੈ ਤੇ ਉਹ ਰੂਲਿੰਗ ਪਾਰਟੀ ਹੈ ਇਸ ਵੇਲੇ ਵੀ ਔਰ ਸਭ ਤੋਂ ਯੰਗ ਪਾਰਟੀ ਹੈ। ਵੈਸੇ 2011 ਦੇ ਵਿੱਚ ਇਹ ਬਣਾਈ ਸੀ। ਜਿਹੜੇ ਫਰਾਂਸਵਾ ਲਗਾਓ ਇਹਨਾਂ ਦੇ ਪ੍ਰੀਮੀਅਰ ਆ, ਉਹ ਪਹਿਲਾਂ ਕੈਬਨਿਟ ਮੰਤਰੀ ਹੁੰਦੇ ਸੀ PQ ਦੇ ਵਿੱਚ, PQ ਪਾਰਟੀ ਕਿਊਬੈਕਵਾ ਜੀ। ਹੁਣ ਇਹਨਾਂ ਦੇ ਵਿੱਚ ਵੀ ਇਹਨਾਂ ਦੀ ਤੁਲਨਾ ਤੁਸੀਂ ਜੇ ਕਰਨੀ ਹੋਵੇ ਚੜ੍ਹਦੇ ਪੰਜਾਬ ਨਾਲ ਲਹਿੰਦੇ ਪੰਜਾਬ ਨਾਲ ਕੁਛ ਅੰਸ਼ ਮਿਲਦੇ ਆ ਸਾਡੇ। ਇਹ ਵੀ ਹਮੇਸ਼ਾ ਆਟੋਨਮੀ ਦੀ ਗੱਲ ਕਰਦੇ ਹੁੰਦੇ ਆ। ਸਾਡੇ ਚੜ੍ਹਦੇ ਪੰਜਾਬ 'ਚ ਵੀ ਆਟੋਨਮੀ ਦੀ ਗੱਲ ਕਰਦੇ ਹੁੰਦੇ। ਸਾਡੇ ਵੀ 2 ਪਾਰਟੀਆਂ ਹੀ ਜ਼ਿਆਦਾ ਹੁੰਦੀਆਂ ਸੀ, ਇਹਨਾਂ ਦੇ ਵੀ 2 ਹੀ ਪਾਰਟੀਆਂ ਜ਼ਿਆਦਾ ਹੁੰਦੀਆਂ ਸੀ। ਜਦੋਂ 60s ਦੇ ਵਿੱਚ ਤੁਸੀਂ ਜੇ ਤਕਰੀਬਨ 6 ਦਹਾਕਿਆਂ ਤੋਂ ਦੀ ਗੱਲ ਕਰਨੀ ਆ ਤਾਂ ਉਹਨਾਂ ਦੇ ਵਿੱਚ ਪਹਿਲਾਂ ਸੀ ਪਾਰਟੀ ਕਿਊਬੈਕਵਾ, ਜਿਹੜੀ ਕਿ ਕਹਿੰਦੀ ਸੀ ਕਿ ਅਸੀਂ ਵੱਖ ਹੋਣਾ ਹੈ ਕੈਨੇਡਾ ਤੋਂ, ਪਰ ਪੀਸਫੁਲ ਤਰੀਕੇ ਨਾਲ, ਸ਼ਾਂਤੀ ਨਾਲ ਹੋਣਾ। ਅਸੀਂ ਲੋਕ ਰਾਏ ਪੈਦਾ ਕਰਨੀ ਹੈ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਸੀਂ ਜੇ ਐਂਟਰੀ ਲੈਣੀ ਹੋਵੇ ਤੇ ਕੰਧਾਂ ਤੇ ਨਾਅਰੇ ਲਿਖ ਕੇ ਨਹੀਂ ਲੈ ਜਾ ਸਕਦੇ। ਤੁਸੀਂ ਲੋਕ ਰਾਏ ਦੇ ਨਾਲ ਐਕਚੁਅਲੀ ਉੱਥੇ ਸੀਟਾਂ ਜਿੱਤ ਕੇ, ਉੱਥੇ ਮਰਦਮਸ਼ੁਮਾਰੀ ਪਾ ਕੇ, ਉਹ ਮਰਦਮਸ਼ੁਮਾਰੀ ਜਿੱਤ ਕੇ ਫਿਰ ਤੁਸੀਂ ਦਾਅਵਾ ਕਰ ਸਕਦੇ ਕਿ ਇਹ ਲੋਕ ਰਾਏ ਸਾਡੇ ਨਾਲ ਆ। ਹਾਂਜੀ, ਇਹ ਹੋਰ ਕੋਈ ਤਰੀਕਾ ਨਹੀਂ। ਤਾਂ PQ ਨੇ ਇਹੀ ਤਰੀਕਾ ਬਣਾਇਆ। ਉਹ ਕਹਿੰਦੇ ਕਿ FLQ ਜਿਹੜੀ ਆ ਫਰੰਟ ਲਿਬਰੇਸ਼ਨ ਕਿਊਬੈਕ, ਉਹ ਹੈਗੇ ਆ ਅੱਤਵਾਦੀ, ਉਹ ਹਥਿਆਰ ਯੂਜ਼ ਕਰਦੇ ਸੀ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਪੀਸਫੁਲ ਤਰੀਕੇ ਨਾਲ ਅਸੈਂਬਲੀ ਦੀਆਂ ਇਲੈਕਸ਼ਨ ਲੜਾਂਗੇ। ਤਾਂ ਪਹਿਲੀ ਵਾਰੀ ਉਹਨਾਂ ਨੇ ਇਲੈਕਸ਼ਨ ਜਿੱਤੀ ਆ 1976 ਦੇ ਵਿੱਚ। ਤਾਂ ਦੂਸਰੀ ਪਾਰਟੀ ਜਿਹੜੀ ਮੇਨ ਫੈਡਰਲਿਸਟ ਪਾਰਟੀ ਆ ਕਿਊਬੈਕ ਦੇ ਵਿੱਚ, ਉਹ ਜਿੱਦਾਂ ਸਾਡੇ ਲਿਬਰਲ ਪਾਰਟੀ ਆ ਨਾ, ਉਹਨਾਂ ਦੇ ਵੀ ਲਿਬਰਲ ਪਾਰਟੀ। ਇਹਦਾ ਮਤਲਬ ਲਿਬਰਲ ਪਾਰਟੀ ਦਾ ਕੁਝ ਨਹੀਂ ਆ, ਲਿਬਰਲ ਨਾਂ ਜ਼ਰੂਰ ਆ ਪਰ ਉਹਦੇ ਵਿੱਚ ਫੈਡਰਲ ਲਿਬਰਲ ਵੀ ਆ ਤੇ ਕੰਜ਼ਰਵੇਟਿਵ ਵੀ ਆ। ਉਹਨਾਂ ਦਾ ਇੱਕ ਪਿੱਛੇ ਜਿਹਾ ਉਹਨਾਂ ਦੇ ਵਿੱਚ ਵੈਸੇ ਫੈਡਰਲ ਲਿਬਰਲ ਜ਼ਿਆਦਾ ਆ, ਕੰਜ਼ਰਵੇਟਿਵ ਘੱਟ ਆ। BC ਦੇ ਵਿੱਚ ਇਹਨਾਂ ਦੇ ਵਿੱਚ ਕੰਜ਼ਰਵੇਟਿਵ ਜ਼ਿਆਦਾ ਆ, ਫੈਡਰਲ ਲਿਬਰਲ ਘੱਟ ਆ। ਹਾਂਜੀ, ਤੇ ਇਹਨਾਂ ਦੀਆਂ ਦੋਹਾਂ ਦੀ ਤੁਲਨਾ ਕਰਨੀ ਹੋਵੇ, ਜੌਨ ਸ਼ਰੇ ਹੁਣ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲਈ ਰੇਸ ਲੜ ਰਹੇ ਆ। ਉਹ ਪਹਿਲਾਂ ਕਿਊਬੈਕ ਦੀ ਲਿਬਰਲ ਪਾਰਟੀ ਦੇ ਪ੍ਰੀਮੀਅਰ ਵੀ ਰਹੇ ਉੱਥੇ। ਹਾਂਜੀ, ਤਾਂ ਤੁਹਾਨੂੰ ਪਤਾ ਲੱਗ ਜਾਣਾ ਮਤਲਬ ਉਹਨਾਂ ਦੇ ਵਿੱਚ ਲਿਬਰਲ ਵੀ ਹੁੰਦੇ ਆ ਤੇ ਕੰਜ਼ਰਵੇਟਿਵ ਵੀ ਹੁੰਦੇ ਆ। ਇਹਨਾਂ ਦੇ ਵਿੱਚੋਂ 2011 ਦੇ ਵਿੱਚ ਜਿਹੜੇ ਫਰਾਂਸਵਾ ਲਗਾ ਆ, ਉਹ ਪਹਿਲਾਂ ਕੈਬਨਿਟ ਮੰਤਰੀ ਵੀ ਰਹੇ ਆ PQ ਦੇ ਵਿੱਚ। ਉਹਨਾਂ ਨੇ ਇੱਕ MNA ਹੁੰਦੇ ਹੋਏ ਵੀ ਉਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਔਰ ਇਹ ਸੰਦੇਸ਼ ਦਿੱਤਾ, ਉਹ ਕਹਿੰਦੇ ਕਿ ਸਾਡੇ ਲੜਾਈ ਹੁੰਦੀ ਰਹੀ ਆ ਵੀ ਵੱਖ ਹੋਣਾ ਜਾਂ ਨਹੀਂ ਹੋਣਾ। ਇਸ਼ੂ ਇਹ ਨਹੀਂ ਆ ਕਿਊਬੈਕ ਦੇ ਵਿੱਚ ਅਸੀਂ ਕੈਨੇਡਾ ਤੋਂ ਵੱਖ ਹੋਣਾ ਜਾਂ ਨਹੀਂ ਹੋਣਾ। ਇਸ਼ੂ ਹੈਗਾ ਅਸੀਂ ਠੀਕ ਹੈ, ਸਾਨੂੰ ਕੋਈ
ਸਵਾਲ ਤੇ ਲੜਨ ਦੀ ਲੋੜ ਨਹੀਂ। ਸਾਨੂੰ ਆਪਣਾ ਕਲਚਰ, ਆਪਣੀ ਲੈਂਗੁਏਜ ਬਰਕਰਾਰ ਰੱਖਣ ਦੀ ਲੋੜ ਹੈ। ਇਹ ਸਾਡੇ ਕੈਨੇਡਾ ਦੇ ਵਿੱਚ ਵੀ ਹੋ ਸਕਦਾ। ਇਹ ਜ਼ਰੂਰੀ ਨਹੀਂ ਇਹ ਲਈ ਵੱਖਰਾ ਦੇਸ਼ ਬਣੇ। ਵੱਖਰੇ ਦੇਸ਼ ਬਹੁਤ ਬਣੇ ਆ ਜਿੱਥੇ ਉਹਨਾਂ ਨੇ ਆਪਣਾ ਕਲਚਰ ਵੀ ਗਵਾ ਲਿਆ, ਜਿੱਥੇ ਆਪਣੀ ਭਾਸ਼ਾ ਵੀ ਗਵਾ ਲਈ ਹੈ। ਹਾਂਜੀ, ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਦੇਖਣੀ ਹੈ ਨਾ, ਆਇਰਲੈਂਡ ਦੇਖ ਲਓ ਜੀ। ਇਹਨਾਂ ਨੂੰ ਕਿਸੇ ਜ਼ਮਾਨੇ ਦੇ ਵਿੱਚ ਇੰਗਲੈਂਡ ਵਾਲਿਆਂ ਨੇ ਇਹਨਾਂ ਦੀ ਜਿਹੜੀ ਜ਼ੁਬਾਨ ਖਤਮ ਕੀਤੀ। ਹੁਣ ਉਦੋਂ ਬਾਅਦ ਆਜ਼ਾਦ ਵੀ ਹੋਏ ਆ, ਵੱਖਰਾ ਮੁਲਕ ਆ, ਤੇ ਉੱਥੇ ਫੇਰ ਵੀ ਇੰਗਲਿਸ਼ ਬੋਲਦੇ ਆ। ਹਾਂਜੀ, ਉਹਨਾਂ ਦੀ ਆਪਣੀ ਭਾਸ਼ਾ ਨਹੀਂ ਜੀ। ਸੋ ਜਿਹੜੇ ਦਾਅਵੇ ਕਰਦੇ ਆ ਨਾ ਵੀ ਸਾਡੀ ਭਾਸ਼ਾ ਤਾਂ ਬਚੂਗੀ ਸਾਡਾ ਵੱਖਰਾ ਦੇਸ਼ ਹੋਊਗਾ, ਉਹਨਾਂ ਵੱਖਰੇ ਦੇਸ਼ਾਂ ਦੇ ਨਾਲ ਭਾਸ਼ਾ ਨਹੀਂ ਬਚਦੀ। ਇਹ ਆਇਰਲੈਂਡ ਨੇ ਸਾਬਤ ਕਰ ਦਿੱਤਾ। ਇਹ ਜਿਹੜੀ ਇਹਨਾਂ ਦੀ ਲਿਗਾਓ ਦੀ ਪਾਰਟੀ ਆ, ਇਹਨਾਂ ਨੇ ਵੀ ਇਹੀ ਕਿਹਾ ਕਿ ਜੇ ਅਸੀਂ ਆਪਣੀ ਭਾਸ਼ਾ ਤੇ ਆਪਣਾ ਸੱਭਿਆਚਾਰ ਬਚਾਉਣਾ ਆ ਤੇ ਅਸੀਂ ਇੱਥੇ ਦੀ ਇਲੈਕਸ਼ਨ ਜਿੱਤ ਕੇ ਕਿਬੈਕ ਦੇ ਵਿੱਚ ਸਰਕਾਰ ਪੈਦਾ ਕਰਕੇ ਇਸ ਤਰ੍ਹਾਂ ਦੇ ਕਾਨੂੰਨ ਬਣਾਈਏ ਕਿ ਜਿਹੜੇ ਸਾਡੇ ਕਲਚਰ ਨੂੰ ਡਿਫੈਂਡ ਕਰਨ, ਸਾਡੀ ਭਾਸ਼ਾ ਨੂੰ ਡਿਫੈਂਡ ਕਰਨ। ਤੁਸੀਂ ਦੇਖਦੇ ਹਰ ਤੀਜੇ ਦਿਨ ਰੌਲਾ ਪੈਂਦਾ ਹੁੰਦਾ ਉੱਥੇ ਫ੍ਰੈਂਚ ਦਾ, ਇੰਗਲਿਸ਼ ਦਾ ਜੀ। ਹਰ ਤੀਜੇ ਦਿਨ ਰੌਲਾ ਪੈਂਦਾ ਕਲਚਰ ਦਾ। ਸੈਕੂਲਰ ਬਿੱਲ ਲੈ ਕੇ ਆਏ ਆ, ਉਹਨਾਂ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਆ। ਉਹ ਗੱਲ ਜਿਹੜੀ ਹੈ 20% ਜਿਹੜੇ ਨਾਨ ਫ੍ਰੈਂਚ ਆ ਉਹਨਾਂ ਨੂੰ ਤਾਂ ਚੰਗੀ ਲੱਗਦੀ ਆ ਵੀ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਹਾਂ, ਪਰ 80% ਦੀ ਜਿਹੜੀ ਪਾਪੂਲੇਸ਼ਨ ਆ ਕਿਬੈਕ ਦੀ ਉਹ ਹੈਗੇ ਫ੍ਰੈਂਚ। ਹਾਂਜੀ, ਤਾਂ ਉਹ ਇਸ ਗੱਲ ਨੂੰ ਪਸੰਦ ਕਰਦੇ ਆ ਵੀ ਜਿਹੜਾ ਰੌਲਾ ਰੱਪਾ ਪੈਂਦਾ ਸੀ ਸਾਡੇ ਕਿ ਨਾ ਵੱਖ ਹੋਣਾ ਜਾਂ ਨਹੀਂ ਹੋਣਾ, ਅਸੀਂ ਫੈਡਰਲਿਸਟ ਆ ਅਸੀਂ। ਅੱਛਾ, ਇੱਥੇ ਇਹ ਵੀ ਮਜ਼ੇ ਵਾਲੀ ਗੱਲ ਆ, ਦੇਖਿਓ ਕਿ ਜਿਹੜੇ ਫੈਡਰਲਿਸਟ ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਕਹਿੰਦੇ ਹੁੰਦੇ ਸੀ, ਉਹ ਉਹਨਾਂ ਚਿਰ ਤਾਂ ਰੌਲਾ ਪਾਉਣਗੇ ਕਿ ਅਸੀਂ ਇੱਕ ਦੇਸ਼ ਦੀ ਗੱਲ ਕਰਦੇ ਹਾਂ, ਅਸੀਂ ਨਹੀਂ ਵੱਖ ਹੋਣਾ। ਉਹ ਜਿਸ ਦਿਨ ਉਹੀ ਬੰਦੇ ਆ ਜਿਹੜੇ PQ ਦੇ ਵਿੱਚ ਚੱਲ ਜਾਂਦੇ ਸੀ, ਉਸੇ ਦਿਨ ਫਿਰ ਰੌਲਾ ਪਾਉਣ ਲੱਗ ਪਏ ਸੀ ਅਸੀਂ ਜੇ ਵੱਖ ਨਹੀਂ ਹੁੰਦੇ ਤਾਂ ਅਸੀਂ ਖਤਮ ਹੋ ਜਾਣਾ, ਸਾਡੀ ਭਾਸ਼ਾ ਖਤਮ ਹੋ ਜਾਣੀ ਆ, ਸਾਡਾ ਸੱਭਿਆਚਾਰ ਖਤਮ ਹੋ ਜਾਣਾ। ਬੰਦੇ ਉਹੀ ਆ ਦੋਨੇ ਪਾਸੇ। ਤੇ ਉਹੀ ਬੰਦੇ ਜਿਹੜੇ PQ ਚ ਪਹਿਲਾਂ ਕਹਿੰਦੇ ਸੀ ਜੇ ਵੱਖ ਨਾ ਹੋਏ ਅਸੀਂ ਮਰ ਜਾਣਾ, ਜਿੱਦਣ ਉਹ ਫੈਡਰਲ ਲਿਬਰਲ ਪਾਰਟੀ ਚੱਲ ਗਏ ਉਦਣ ਉਹ ਕਹਿਣ ਲੱਗ ਪਏ ਨਹੀਂ ਅਸੀਂ ਤਾਂ ਕੈਨੇਡਾ ਦੇ ਵਿੱਚ ਰਹਿ ਕੇ ਠੀਕ ਰਹਿ ਸਕਦੇ ਹਾਂ, ਸਾਡੇ ਭਾਸ਼ਾ ਤਾਂ ਹੀ ਵੱਧ ਫੁੱਲ ਸਕਦੀ ਹੈ, ਸਾਡਾ ਸੱਭਿਆਚਾਰ ਤਾਂ ਹੀ ਵੱਧ ਫੁੱਲ ਸਕਦਾ ਜੇ ਅਸੀਂ ਕੈਨੇਡਾ ਦਾ ਹਿੱਸਾ ਹੋਵਾਂਗੇ ਜੀ। ਕਿਉਂਕਿ ਕੈਨੇਡਾ ਨੂੰ ਜੇ ਤੁਸੀਂ ਲੌਜੀਕਲੀ ਸੋਚਣਾ ਹੋਵੇ, ਨਾਰਥ ਅਮਰੀਕਾ ਦੇ ਵਿੱਚ ਇੰਗਲਿਸ਼ ਭਾਰੀ ਲੈਂਗੁਏਜ ਹੈ। ਹਾਂਜੀ, ਹੁਣ US ਦੇ ਵਿੱਚ ਵੀ ਬੋਲਦੇ ਆ, ਕੈਨੇਡਾ ਦੇ ਵਿੱਚ ਵੀ ਬੋਲਦੇ ਆ। ਤੇ ਜੇ ਇੱਕ ਮੁਲਕ ਹੋਵੇ ਨਾਰਥ ਅਮਰੀਕਾ ਦੇ ਵਿੱਚ ਜਿੱਥੇ 7.5 ਮਿਲੀਅਨ ਬੰਦੇ ਫ੍ਰੈਂਚ ਬੋਲਣ ਵਾਲੇ ਹੋਣ, ਤੇ ਉਹ ਕੀ ਬੋਲ ਸਕਦੇ ਆ ਇੰਨੇ ਵੱਡੇ ਕੰਟੀਨੈਂਟ ਤੇ? ਉਹਨਾਂ ਨੇ ਖਤਮ ਹੋ ਜਾਣਾ ਜੀ। ਬਿਲਕੁਲ। ਪਹਿਲਾਂ ਲੂਈਜ਼ੀਆਨਾ ਸਟੇਟ ਦੀ ਐਗਜ਼ਾਮਪਲ ਦਿੰਦੇ ਹੁੰਦੇ, ਉੱਥੇ ਜਿਹੜੇ ਫੈਡਰਲਿਸਟ ਆ, ਲੂਈਜ਼ੀਆਨਾ ਸਟੇਟ ਜਿਹੜਾ ਇਹ ਨੈਪੋਲੀਅਨ ਨੇ ਵੇਚ ਦਿੱਤੀ ਸੀ ਸਾਰੀ ਟੈਰੀਟਰੀ ਜਿਹੜੀ ਫ੍ਰੈਂਚ ਦੀ ਇੱਥੇ ਸੀ। ਲੂਈਜ਼ੀਆਨਾ ਪਹਿਲਾਂ ਫ੍ਰੈਂਚ ਟੈਰੀਟਰੀ ਹੁੰਦੀ ਸੀ, ਫ੍ਰੈਂਚ ਬੋਲਦੇ ਹੁੰਦੇ ਸੀ। ਜਦੋਂ ਅਮਰੀਕਾ ਦੇ ਨਾਲ ਰਲ ਗਏ ਹੁਣ ਤੁਹਾਨੂੰ ਫ੍ਰੈਂਚ ਉੱਥੇ ਕੁਛ ਨਹੀਂ ਲੱਭਦਾ, ਕੁਜ਼ੀਨ ਜ਼ਰੂਰ ਲੱਭਦੀ ਹੈ। ਜੇ ਤੁਸੀਂ ਜਾਂਦੇ ਆ ਨਾ ਉੱਥੇ, ਤਾਂ ਉੱਥੇ ਉਹਨਾਂ ਦੇ ਰੈਸਟੋਰੈਂਟ ਜ਼ਰੂਰ ਹੈਗੇ ਆ ਜਿੱਥੇ ਫ੍ਰੈਂਚ ਫੂਡ ਸਰਵ ਕਰਦੇ ਆ, ਹੋਰ ਕੁਛ ਨਹੀਂ ਹੈ। ਕੋਈ ਨਹੀਂ ਉੱਥੇ ਫ੍ਰੈਂਚ ਬੋਲਦਾ, ਕੋਈ ਨਹੀਂ ਫ੍ਰੈਂਚ ਕਲਚਰ। ਤੇ ਉਹੀ ਹਾਲ ਕਿਬੈਕ ਦਾ ਹੋਣਾ। ਹਾਂਜੀ, ਜੋ ਲੂਈਜ਼ੀਆਨਾ ਦਾ ਹੋਇਆ ਸੀ ਉਹੀ ਹਾਲ ਇਹ ਤਾਂ ਕਿਬੈਕ ਦਾ ਹੋਣਾ। ਹੁਣ ਇਹਨਾਂ ਨੇ ਜਿਹੜਾ ਉਹ ਮਿਡਲ ਰੋਡ ਫੜੀ ਆ ਨਾ, ਉਹ ਇੰਨੀ ਕਾਮਯਾਬ ਹੋਈ ਆ। ਤੁਸੀਂ ਦੇਖੋ ਕਿ NDP ਦਾ ਲੀਡਰ ਜਿਹੜਾ ਖੁਦ ਪੱਗ ਬੰਨ੍ਹਦਾ ਹੋਵੇ, ਪੱਗ ਨੂੰ ਬੈਨ ਕੀਤਾ ਇਹਨਾਂ ਬੰਦਿਆਂ ਨੇ, ਲਗਾਓ ਉਹਨਾਂ ਨੇ। ਇੰਨੇ ਪਾਪੂਲਰ ਬੰਦੇ ਆ, ਜੇ ਉਹਨਾਂ ਤੇ ਕੋਈ ਸਵਾਲ ਵੀ ਕਰ ਦਵੇ, ਇੱਥੋਂ ਤੱਕ ਕਿ ਸਵਾਲ ਕਰਨ ਵਾਲੀ ਲੜਕੀ ਨੂੰ ਵੀ ਨਿੰਦਣ ਲੱਗਾ ਸੀ ਜਗਮੀਤ ਸਿੰਘ। ਹਾਂਜੀ, ਇਸ ਗੱਲ ਤੋਂ ਡਰਦੇ ਸੀ ਕਿਉਂਕਿ NDP ਦੀ ਉੱਥੇ ਜਿਹੜੀ ਕਿਬੈਕ ਦਾ ਵਿੰਗ ਆ ਨਾ, ਉਹਨਾਂ ਨੇ ਜ਼ੋਰ ਪਾਇਆ ਇਹਨਾਂ ਤੇ ਕਿ ਜੇ ਤੁਸੀਂ ਸੈਕੂਲਰ ਬਿੱਲ ਦੇ ਖਿਲਾਫ ਬੋਲੇ ਤੇ ਫਿਰ ਸਾਡਾ ਕੁਝ ਨਹੀਂ ਰਹਿਣਾ ਇੱਥੇ। ਜਿਹੜਾ ਸੈਕੂਲਰ ਬਿੱਲ ਆ ਉਹ ਕਿਬੈਕ ਦੇ ਲੋਕਾਂ ਦੇ ਵਿੱਚ ਕਾਫੀ ਪਾਪੂਲਰ ਆ। ਹਾਂਜੀ, ਹਾਲਾਂਕਿ ਕੁਝ ਬੰਦੇ ਨਹੀਂ ਇਹ ਗੱਲ ਸਮਝਦੇ ਕਿ ਜੇ ਗੱਲ ਗਲਤ ਆ ਤਾਂ ਗਲਤ ਕਹਿਣੀ ਚਾਹੀਦੀ। ਜਿੱਦਾਂ ਥਾਮਸ ਮਲਕਰ ਸੀਗੇ, ਉਹਨਾਂ ਨੇ ਕਦੇ ਪੱਗ ਨਹੀਂ ਬੰਨੀ, ਕੋਈ ਪੰਜਾਬੀ ਨਹੀਂ, ਕੋਈ ਸਿੱਖ ਨਹੀਂ, ਉਹਨਾਂ ਨੇ ਉਹਦੀ ਨਿਖੇਧੀ ਕੀਤੀ। ਉਹ ਖੁਦ ਵੀ ਕਿਬੈਕ ਤੋਂ
ਜੀ ਡਾਕਟਰ ਸਾਹਿਬ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲੇ ਬਹੁਤ ਘੱਟ ਹੁੰਦੇ ਆ। ਮਤਲਬ ਦਮ ਹੈ ਨਾ ਕਿਸੇ ਦੇ। ਹਾਂਜੀ। ਤੇ ਉਹਨਾਂ ਨੇ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਦੇਖਿਆ ਉਹਨਾਂ ਨੇ ਕਿ ਲਿਬਰਲ ਪਾਰਟੀ ਨੇ ਇਹਨਾਂ ਦੇ ਕੋਲ ਜਿਹੜੀ ਪੁਰਾਣੀ ਗੱਲ ਹੁੰਦੀ ਸੀ ਨਾ, ਅਸੀਂ ਵੰਡ ਦਿੰਨੇ ਲੋਕਾਂ ਨੂੰ, ਪੋਲੀਟੀਸ਼ੀਅਨ ਉਸ ਚੀਜ਼ ਨੂੰ ਪਸੰਦ ਕਰਦੇ ਜਿੱਥੇ ਲੋਕਾਂ ਨੂੰ ਵੰਡਿਆ ਜਾ ਸਕੇ। ਹਾਂਜੀ, ਡਿਵਾਈਡ ਐਂਡ ਰੂਲ। ਉਹਦੇ ਨਾਲ ਫਿਰ ਤੁਹਾਡੇ ਚਿਜ਼ਮ ਪੈਦਾ ਹੋ ਜਾਂਦੀ ਹੈ। ਹਾਂਜੀ। ਜਿੱਦਾਂ ਸਾਡੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਕਾਂਗਰਸ ਕਹਿੰਦੀ ਹੁੰਦੀ ਸੀ ਅਸੀਂ ਤਾਂ ਨੈਸ਼ਨਲਿਸਟ ਆ, ਇਹ ਅਕਾਲੀ ਦਲ ਜਿਹੜੇ ਆ ਵੱਖਵਾਦੀ, ਇਹਨਾਂ ਦੀ ਵਿਚਾਰ ਆ, ਇਹਨਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਹੈ। ਦੂਜੇ ਪਾਸੇ ਅਕਾਲੀ ਦਲ ਇਹ ਕਹੂਗਾ ਨਹੀਂ ਜੀ ਅਸੀਂ ਪੰਜਾਬ ਲਈ ਅਸੀਂ ਖੜੇ ਆ, ਪੰਜਾਬ ਨੂੰ ਤਾਂ ਇਹਨਾਂ ਨੇ ਲੁੱਟ ਕੇ ਲੈ ਜਾਣਾ ਜੇ ਅਸੀਂ ਨਾ ਹੋਈਏ। ਹਾਲਾਂਕਿ ਵਿਕਣ ਵਾਲੇ ਦੋ ਹੀ ਆ। ਹਾਂਜੀ। ਉਹੀ ਬੰਦੇ ਉਧਰ ਚਲ ਜਾਂਦੇ ਸੀ, ਉਹੀ ਉਧਰ ਚਲ ਜਾਂਦੇ ਸੀ। ਅੱਛਾ, ਤੀਸਰਾ ਕਿਹੜਾ ਆਇਆ ਬੰਦਾ? ਕੋਈ ਵੀ ਨਹੀਂ। ਉੱਥੇ ਦੀ ਬਦਕਿਸਮਤੀ ਹੈ ਵੀ ਉੱਥੇ ਉਹਨਾਂ ਨੂੰ ਫਰਾਂਸਵਾ ਲਗਾਓ ਵਰਗਾ ਕੋਈ ਬੰਦਾ ਹੀ ਨਹੀਂ ਮਿਲਿਆ ਜੀ। ਤੇ ਉੱਥੇ ਉਹਨਾਂ ਦੇ ਕੋਲੀਸ਼ਨ ਐਵੀਨਾਰ ਜਿਹੜੀ ਜਿੱਦਾਂ ਦੀ ਪਾਰਟੀ ਹੋਣੀ ਚਾਹੀਦੀ ਉਦਾਂ ਦੀ ਹੈ ਨਹੀਂ। ਹਾਂਜੀ। ਹੁਣ 92 ਬੰਦੇ ਤਾਂ ਜਿੱਤ ਗਏ, ਪਰ ਉਹੀ ਜਿਹੜੀ ਪ੍ਰੋਮੀਨੈਂਟ ਸੀਟ ਸੀ ਇਹਨਾਂ ਦੀ ਸੰਗਰੂਰ ਦੀ 3 ਮਹੀਨਿਆਂ 'ਚ ਹੀ ਹਾਰ ਗਏ। ਹਾਂਜੀ। ਮਤਲਬ ਲੋਕਾਂ ਦੇ ਮਨੋਂ ਲੈ ਗਏ ਇੱਕਦਮ। ਹਾਂਜੀ। ਕਿ ਜਿੰਨੀਆਂ ਗੱਪਾਂ ਮਾਰੀ ਜਾਂਦੇ ਆ ਤਾਂ ਮੀਡੀਆ ਨੂੰ ਖਰੀਦਣਾ ਗੱਲ ਹੋ ਰਿਹਾ ਹੈ, ਪਰ ਲੋਕੀ ਵੀ ਤਾਂ ਸਮਝਦੇ ਆ ਨਾ। ਹਾਂਜੀ। ਤੁਸੀਂ ਕਿੰਨਾ ਕੁ ਚਿਰ ਇਹ ਗੱਲ ਬੋਲੀ ਜਾਓਗੇ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇਦਾਂ ਹੀ ਪਹਿਲਾਂ ਜੇ ਬਦਨਾਮ ਹੋਇਆ ਆਪਣੇ ਇਹ ਤਰੀਕੇ ਪਾਕਿਸਤਾਨ ਵਾਲਾ ਬੰਦਾ ਪ੍ਰਾਈਮ ਮਿਨਿਸਟਰ ਇਮਰਾਨ, ਉਹ ਇਦਾਂ ਹੀ ਕਰਦਾ ਹੁੰਦਾ ਸੀ ਜਿੱਦਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਰਦੇ ਨਾ। ਹਰ ਰੋਜ਼ ਹੀ ਕਹਿੰਦਾ ਹੁੰਦਾ ਅਸੀਂ ਆਹ ਕਰ ਦੇਵਾਂਗੇ, ਅਸੀਂ ਉਹ ਕਰ ਦੇਵਾਂਗੇ। ਕਰਨਾ ਪਤਾ ਨਹੀਂ ਕਦੋਂ। 4 ਸਾਲ ਉਹ ਰਿਹਾ, ਕੁਛ ਨਹੀਂ ਕੀਤਾ। ਹਾਂਜੀ। ਪਰ ਹਰ ਰੋਜ਼ ਗੱਲ ਇਹੀ ਹੁੰਦੀ ਸੀ ਕਿ ਅਸੀਂ ਆਹ ਕਰ ਦੇਣਾ, ਅਸੀਂ ਉਹ ਕਰ ਦੇਣਾ। ਬਿਆਨਬਾਜ਼ੀ 4 ਸਾਲਾਂ ਵਿੱਚ। ਤੇ ਦੂਸਰੀ ਗੱਲ ਹੈਗੀ ਹੈ ਸਾਡੇ ਮੀਡੀਆ ਦੀ ਵੀ ਹੈ। ਮੀਡੀਆ ਦੇ ਵਿੱਚ ਰਿਪੋਰਟ ਕਰਦੇ ਆ, ਜਿੱਦਾਂ ਅੱਜ ਮੈਂ ਰਿਪੋਰਟ ਪੜ੍ਹਦਾ ਸੀ, ਇੱਕ ਸਵੇਰੇ ਉੱਠ ਕੇ ਪੜ੍ਹਨੀਆਂ ਪੈਂਦੀਆਂ ਇਹ। ਭਗਵੰਤ ਮਾਨ ਨੇ ਕਿਸੇ ਨਾਲ ਮੀਟਿੰਗ ਕੀਤੀ ਹੈ, ਦੱਸੋ ਜਾਂ ਤਾਂ ਦੱਸੋ ਵੀ ਉਹ ਮੀਟਿੰਗ ਦੇ ਵਿੱਚੋਂ ਕੀ ਲੱਭਾ ਤੁਹਾਨੂੰ। ਹਾਂਜੀ। ਉਹ ਮੀਟਿੰਗ ਕਿਉਂ ਕੀਤੀ ਆ, ਉਹਦਾ ਕੀ ਮੰਤਵ ਆ, ਉਹਦੇ ਵਿੱਚੋਂ ਕਿਹੜੀ ਪਾਲਿਸੀ ਨਿਕਲੀ ਆ। ਹਾਂਜੀ। ਹੁਣ ਕੱਲ ਨੂੰ ਇਹ ਨਾ ਮੈਨੂੰ ਦੱਸਿਓ ਵੀ ਭਗਵੰਤ ਮਾਨ ਨੇ ਅੱਜ ਅਚਾਰ ਨਾਲ ਰੋਟੀ ਨਹੀਂ ਖਾਧੀ, ਕੱਲ ਅਚਾਰ ਨਾਲ ਖਾਧੀ ਸੀ। ਮਤਲਬ ਤੁਸੀਂ ਇੰਨੇ ਬੇਸ਼ਰਮ ਹੋ ਗਏ ਕਿ ਪੈਸੇ ਲੈ ਕੇ ਇੰਨਾ ਹੀ ਕਹਿਣਾ। ਫਲਾਨਾ ਮੰਤਰੀ ਹਰਮੰਦਰ ਸਾਹਿਬ ਨਤਮਸਤਕ ਹੋਇਆ। ਹਾਂਜੀ ਡਾਕਟਰ ਸਾਹਿਬ, ਇਹ ਸ਼ਬਦ ਮੈਂ ਤਾਂ ਪਹਿਲਾਂ ਹੁਣ ਸੁਣਨਾ। ਡਾਕਟਰ ਸਾਹਿਬ ਵੈਸੇ ਨਾ ਜਿਹੜੇ ਪੰਜਾਬ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਤਾਂ ਹਰ ਜਗ੍ਹਾ ਤੇ ਜਦੋਂ ਕੋਈ ਵੀ ਬੰਦਾ ਜਾਂਦਾ ਹੈ ਮੱਥਾ ਟੇਕਣ ਦੇ ਲਈ ਹਰਮੰਦਰ ਸਾਹਿਬ, ਤਾਂ ਉੱਥੇ ਲਿਖਿਆ ਹੁੰਦਾ ਨਤਮਸਤਕ ਹੋਏ। ਟੀਵੀ ਤੇ ਵੀ ਇਦਾਂ ਹੀ ਕਹਿੰਦੇ। ਹਾਂਜੀ। ਮੈਂ ਇੱਕ ਯੂਪੀ ਦੇ ਵਿੱਚ ਨਾ ਜਿੱਥੇ ਚੰਬਲ ਘਾਟੀ ਦਾ ਏਰੀਆ ਹੈ, ਵੈਸੇ ਚੰਬਲ ਘਾਟੀ ਦਾ ਏਰੀਆ ਜਿਹੜਾ ਓਰੀਜਨਲ ਏਰੀਆ ਤਾਂ ਉਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਪਰ ਯੂਪੀ ਦਾ ਏਰੀਆ ਜਿਹੜਾ ਉਹਦੇ ਚੰਬਲ ਘਾਟੀ ਦੇ ਬਿਲਕੁਲ ਨਾਲ ਲੱਗਦਾ, ਜਿੱਥੇ ਚੰਬਲ ਨਦੀ ਆ ਤੇ ਨਾਲ ਹੀ ਰਾਜਸਥਾਨ ਸ਼ੁਰੂ ਹੋ ਜਾਂਦਾ ਤੇ ਤਿੰਨ ਪ੍ਰਦੇਸ਼ ਇੱਥੇ ਮਿਲਦੇ ਆ ਇਕੱਠੇ। ਤਾਂ ਹੀ ਤੁਸੀਂ ਦੇਖੋਗੇ ਚੰਬਲ ਘਾਟੀ ਦੇ ਵਿੱਚ ਡਾਕੂ ਬਹੁਤ ਹੈ। ਹਾਂਜੀ। ਉਹ ਜਿਹੜੇ ਚੰਬਲ ਘਾਟੀ ਚੋਂ ਕਦੇ ਯੂਪੀ ਚ ਆ ਵੜਦੇ ਸੀ, ਕਦੇ ਰਾਜਸਥਾਨ ਜਾ ਵੜਦੇ, ਇਹਨਾਂ ਦੀ ਪੁਲਿਸ ਫੋਰਸ ਉਹਨਾਂ ਨੂੰ ਫੜ ਨਹੀਂ ਸਕਦੀ ਸੀ। ਤੇ ਉੱਥੇ ਇੱਕ ਬੰਦਾ ਕਹਿ ਰਿਹਾ ਮੈਂ ਉਹਨਾਂ ਦੇ ਘਰ ਬੈਠਾ ਤੇ ਉਹਨੇ ਖਬਰਾਂ ਲਾਤੀਆਂ ਮੈਨੂੰ ਇੰਗਲਿਸ਼ ਦੇ ਵਿੱਚ, ਟੀਵੀ ਤੇ ਲੱਗਾ, ਉਹਨਾਂ ਦੇ ਵੀ ਕੇਬਲ ਲੱਗੀ ਆ ਪਿੰਡਾਂ ਦੇ ਵਿੱਚ। ਮੈਂ ਕਿਹਾ ਯਾਰ ਤੂੰ ਹਿੰਦੀ ਦੀ ਲਾ ਤਾਂ ਕੋਈ ਹਿੰਦੀ ਦੀ ਸੁਣ, ਖਬਰ ਦੇਖਦੇ ਆ ਵੀ ਸ਼ਾਇਦ ਇਹ ਨਾਲ ਵੱਖਰੀ ਹੋਵੇ। ਹਾਂਜੀ। ਉਹਨੇ ਹਿੰਦੀ ਦੇ ਵਿੱਚ ਦੂਰਦਰਸ਼ਨ ਦੀ ਲਾਤੀ, ਕਹਿੰਦਾ ਲੈ ਫਿਆ ਲੈ ਖਬਰਾਂ ਦੇ ਵਿੱਚ ਹਿੰਦੀ ਸੁਣ। ਮੈਂ ਕਿਹਾ ਮੈਂ ਬੜਾ ਪਰੇਸ਼ਾਨ, ਥੋੜਾ ਜਿਹਾ ਮੈਂ ਹੱਸਿਆ ਵੀ। ਮੈਂ ਕਿਹਾ ਖਬਰਾਂ 'ਚ ਹਿੰਦੀ ਸੁਣ, ਮੈਂ ਹਿੰਦੀ ਦੀਆਂ ਖਬਰਾਂ ਸੁਣ ਕਹਿੰਦੇ ਹੁੰਦੇ। ਹਾਂਜੀ। ਕਹਿੰਦਾ ਨਹੀਂ ਇਹ ਕਹਿੰਦਾ ਖਬਰਾਂ ਦੇ ਵਿੱਚ ਹਿੰਦੀ ਬੋਲਦੇ ਆ। ਕਹਿੰਦਾ ਇਹ ਜਿਹੜਾ ਦੂਰਦਰਸ਼ਨ ਦੀ ਹਿੰਦੀ ਬੋਲਦੇ ਆ, ਸਾਡੇ ਪਿੰਡ ਦੇ ਵਿੱਚ ਤੁਰਿਆ ਫਿਰਦਾ ਇਹ ਹਿੰਦੀ ਅਸੀਂ ਨਹੀਂ ਬੋਲਦੇ। ਹਾਂਜੀ। ਇਹ ਹੈਗੀ ਸੰਸਕ੍ਰਿਤ ਵਾਲੀ ਹਿੰਦੀ ਜਿਹੜੀ ਦਿੱਲੀ ਵਾਲਿਆਂ ਨੇ ਲਾਗੂ ਕੀਤੀ ਸਾਡੇ। ਇਹਨਾਂ ਨੂੰ ਕਹਿੰਦਾ ਬੰਦਿਆਂ ਨੂੰ ਪੁੱਛ ਲਾ, ਇੱਥੇ ਜਿੰਨੇ ਬੰਦੇ ਹੋਣਗੇ ਸਮਝ ਲੱਗ ਜਾਂਦੀ ਹੈ। ਕਹਿੰਦਾ ਬਿਲਕੁਲ ਨਹੀਂ ਲੱਗਣੀ। ਇਹ ਸ਼ਬਦ ਜਿਹੜੇ ਆ ਇਹ ਲੈਂਗੁਏਜ ਹਾਲੇ ਤੱਕ ਦਿਮਾਗ ਚੋਂ ਨਹੀਂ ਨਿਕਲੀ। ਪ੍ਰਾਈਮ ਮਿਨਿਸਟਰ ਨਹਿਰੂ ਜਦੋਂ ਪਹਿਲਾਂ ਹਿੰਦੀ ਦਾ ਤੇ
यूपी ਦੇ ਵਿੱਚ ਜਿੱਦਾਂ ਸਾਡੇ ਰੌਲਾ ਪੈਂਦਾ ਸੀ ਨਾ ਪੰਜਾਬੀ ਤਾਂ ਹਿੰਦੀ ਉਰਦੂ ਪੰਜਾਬੀ ਲਹਿੰਦੇ ਪੰਜਾਬ ਦੇ ਵਿੱਚ यूपी ਦੇ ਵਿੱਚ ਸਭ ਤੋਂ ਪਹਿਲਾਂ ਇਸ਼ੂ ਆਈ ਸੀ ਉਰਦੂ ਤੇ ਹਿੰਦੀ ਦੀ ਹਾਂਜੀ ਪ੍ਰਾਈਮ ਮਿਨਿਸਟਰ ਨਹਿਰੂ ਨੂੰ ਕਿਸੇ ਨੇ ਪੁੱਛਿਆ ਕਿ ਹਿੰਦੀ ਠੀਕ ਹੈ ਕਿ ਉਰਦੂ ਠੀਕ ਹੈ ਉਹਨਾਂ ਦਾ ਜਵਾਬ ਸੀ ਉਹ ਕਹਿੰਦੇ ਹਿੰਦੀ ਹੈਗੀ ਪੇਂਡੂਆਂ ਦੀ ਭਾਸ਼ਾ ਉਰਦੂ ਹੈਗੀ ਸ਼ਹਿਰਾਂ ਵਾਲਿਆਂ ਦੀ ਭਾਸ਼ਾ ਉਰਦੂ ਜ਼ਿਆਦਾ ਬਿਹਤਰ ਆ ਤੇ ਹਿੰਦੀ ਐਵੇਂ ਹੀ ਅਵਾਰਾ ਲੋਕਾਂ ਦੀ ਜਿੱਦਾਂ ਪਿੱਛੇ ਜਿਹੇ ਅਸੀਂ ਗੱਲ ਕੀਤੀ ਸੀ ਜਿਹਨੂੰ ਕਹਿੰਦੇ ਜਾਹਲਾਂ ਦੀ ਲੈਂਗੁਏਜ ਹੈ ਹਾਂਜੀ ਜਾਂਗਲੀ ਲੈਂਗੁਏਜ ਸਕਦੇ ਹਾਂਜੀ ਉੱਥੇ ਪਹਿਲਾਂ ਹਿੰਦੀ ਇਸ ਤਰੀਕੇ ਨਾਲ ਸਮਝ ਜਾਂਦਾ ਹੁਣ ਹਿੰਦੀ ਵਾਲਿਆਂ ਦਾ ਜ਼ਿਆਦਾ ਜ਼ੋਰ ਚੱਲ ਗਿਆ ਉਹਨਾਂ ਨੇ ਆਪਣੀ ਸਰਦਾਰੀ ਜ਼ਿਆਦਾ ਕਾਇਮ ਕਰ ਲਈ ਹੈ ਤੇ ਹੁਣ ਉਹੀ ਜਿਹੜੀ ਪਹਿਲਾਂ ਲੈਂਗੁਏਜ ਮੁਗਲਾਂ ਦੇ ਵੇਲੇ ਉਰਦੂ ਦਾ ਜ਼ਿਆਦਾ ਜ਼ੋਰ ਸੀ ਹੁਣ ਹਿੰਦੀ ਦਾ ਜ਼ਿਆਦਾ ਜ਼ੋਰ ਹੈ ਹਾਂਜੀ ਤੇ ਉਹੀ ਲੈਂਗੁਏਜ ਤੁਸੀਂ ਜੇ ਲਹਿੰਦੇ ਪੰਜਾਬ ਦੇ ਦੇਖਦੇ ਆ ਤੇ ਉੱਥੇ ਉਰਦੂ ਦਾ ਜ਼ਿਆਦਾ ਜ਼ੋਰ ਹੈ ਹਾਂਜੀ ਹਰ ਪਾਸੇ ਲੈਂਗੁਏਜ ਨੇ ਰੌਲਾ ਪਾਇਆ ਕਿਊਬੈਕ ਦੀ ਗੱਲ ਕਰਦੇ ਆ ਕਿਊਬੈਕ ਦੇ ਵਿੱਚ ਹੀ ਲੈਂਗੁਏਜ ਮੇਨ ਇਸ਼ੂ ਆ ਹਾਂਜੀ ਤੁਸੀਂ ਉੱਥੇ ਜੇ ਕੋਈ ਬੰਦਾ ਅੰਗਰੇਜ਼ੀ ਬੋਲਦਾ ਵੀ ਹੈ ਨਾ ਕਿਊਬੈਕ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਰਾਹ ਪੁੱਛ ਕੇ ਦੇਖ ਲਓ ਉਹਨਾਂ ਨੂੰ ਕੋਈ ਰੈਸਟੋਰੈਂਟ ਪੁੱਛ ਕੇ ਦੇਖ ਲਓ ਜੇ ਤੁਸੀਂ ਇੰਗਲਿਸ਼ ਬੋਲਦੇ ਆ ਤੇ ਉਹ ਨਾਰਮਲੀ ਤੁਹਾਡੇ ਉਹ ਸਮਝ ਲੈਂਦੇ ਤੁਹਾਨੂੰ ਇੰਗਲਿਸ਼ ਬੋਲਦੇ ਆ ਤਾਂ ਜਵਾਬ ਦੇਣਗੇ ਫ੍ਰੈਂਚ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਚੜਿਆ ਥੋੜੀ ਜਿਹੀ ਵੀ ਅੰਗਰੇਜ਼ੀ ਨਹੀਂ ਬੋਲਣੀ ਅਸੀਂ ਸਮਝ ਲੈਣੀ ਆ ਬੋਲਣੀ ਨਹੀਂ ਸਮਝ ਲੈਣੀ ਆ ਬੋਲਣੀ ਨਹੀਂ ਜੀ ਇਹ ਉਹਨਾਂ ਦੀ ਮਤਲਬ ਨੈਸ਼ਨਲਿਜ਼ਮ ਕਹਿ ਲਓ ਜਾਂ ਲੈਂਗੁਏਜ ਦਾ ਨੈਸ਼ਨਲਿਜ਼ਮ ਇਸ ਕਰਕੇ ਵੀ ਆ ਉਹਨਾਂ ਨੇ ਇਹ ਸੋਚਿਆ ਕਿ ਸਾਡੀ ਲੈਂਗੁਏਜ ਤੇ ਹਮਲੇ ਹੁੰਦੇ ਆ ਸਾਨੂੰ ਅਸੀਂ ਪਹਿਲਾਂ ਜ਼ਿਆਦਾ ਹੁੰਦੇ ਸੀ ਹੁਣ ਘਟ ਗਏ ਆ ਜੇ ਅਸੀਂ ਆਪਣੀ ਲੈਂਗੁਏਜ ਨੂੰ ਨਹੀਂ ਪ੍ਰੋਟੈਕਟ ਕੀਤਾ ਤਾਂ ਫੇਰ ਇਹ ਜਾਂਦੀ ਲੱਗਣੀ ਹੁਣ ਪੰਜਾਬ ਦੇ ਵਿੱਚ ਸਾਡੇ ਚੜ੍ਹਦੇ ਪੰਜਾਬ 'ਚ ਖਾਸ ਤੌਰ ਤੇ ਹਰ ਸਰਕਾਰ ਇਹੀ ਕਹਿੰਦੀ ਹੁੰਦੀ ਹੈ ਪੰਜਾਬੀ ਦੇ ਵਿੱਚ ਗੱਲ ਕਰਿਓ ਜੀ ਪੰਜਾਬੀ ਦੇ ਵਿੱਚ ਕੰਮ ਹੋਣਾ ਚਾਹੀਦਾ ਦਫ਼ਤਰਾਂ ਦਾ ਤੁਸੀਂ ਜਾ ਕੇ ਦੇਖ ਲਓ ਕਿਸੇ ਅਫਸਰ ਨੂੰ ਪੰਜਾਬੀ ਨਹੀਂ ਆਉਂਦੀ ਇੱਥੇ ਹਾਂਜੀ ਮਾੜੀ ਮੋਟੀ ਬੋਲਦੇ ਹੁੰਦੇ ਆ ਪਰ ਉਹ ਲਿਖਣ ਵਾਲੀ ਜਿਹੜੀ ਲੈਂਗੁਏਜ ਹੈ ਨਾ ਉਹ ਹਾਲੇ ਵੀ ਉਹਨਾਂ ਦੀ ਅੰਗਰੇਜ਼ੀ ਹੁੰਦੀ ਹੈ ਹਾਂਜੀ ਅੰਗਰੇਜ਼ੀ ਦੇ ਵਿੱਚ ਹੀ ਉਹ ਛਾਪਦੇ ਆ ਅੰਗਰੇਜ਼ੀ ਦੇ ਵਿੱਚ ਹੀ ਲਿਖਦੇ ਆ ਜੋ ਕੁਝ ਵੀ ਕਰਦੇ ਆ ਅੰਗਰੇਜ਼ੀ ਦੇ ਵਿੱਚ ਹੀ ਕਰਦੇ ਆ ਪਰ ਕਿਊਬੈਕ ਵਾਲਿਆਂ ਨੇ ਇਸ ਗੱਲ ਤੇ ਜ਼ੋਰ ਪਾ ਕੇ ਕਾਨੂੰਨ ਬਣਾ ਕੇ ਕਿ ਕਾਨੂੰਨਨ ਤੌਰ ਤੇ ਅਸੀਂ ਸਰਕਾਰੀ ਨੌਕਰੀ ਤੋਂ ਕੱਢ ਦੇਵਾਂਗੇ ਤੁਹਾਨੂੰ ਜੇ ਤੁਸੀਂ ਫ੍ਰੈਂਚ ਨਹੀਂ ਵਰਤੀ ਤਾਂ ਹਾਂਜੀ ਸੋ ਇਸ ਕਰਕੇ ਉਹਨਾਂ ਦਾ ਮੰਨਿਆ ਹੈ ਕਿ ਜੋ ਵੀ ਕਹਿੰਦੇ ਆ ਇਹ ਉਹ ਕਰਦੇ ਆ ਜੀ ਡਾਕਟਰ ਸਾਹਿਬ ਗੱਲ ਕਰਦੇ ਹਾਂ ਜੀ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਹਨਾਂ ਨੂੰ ਹੁਣ ਰੈਜ਼ੀਡੈਂਸ਼ੀਅਲ ਸਕੂਲ ਮੁਆਵਜ਼ੇ ਦੇ ਮੁਕੱਦਮੇ ਵਿੱਚ ਗਵਾਹੀ ਦੇਣ ਦੇ ਲਈ ਪੇਸ਼ ਹੋਣਾ ਹੀ ਪੈਣਾ ਕਿਉਂਕਿ ਉਹਨਾਂ ਨੂੰ ਜਿਹੜਾ ਸਪੀਨਾ ਨੋਟਿਸ ਆ ਉਹ ਇਸ਼ੂ ਹੋ ਚੁੱਕਿਆ ਹੁਣ ਉਹ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ ਕੀ ਕਹਿਣਾ ਚਾਹੋਗੇ ਨਹੀਂ ਉਹ ਜਿਹੜੀ 325 ਨੇਸ਼ਨਸ ਆ ਫਰਸਟ ਨੇਸ਼ਨਸ ਦੀਆਂ ਨੇਟਿਵ ਦੀਆਂ ਉਹ ਇਹ ਕੇਸ ਲੜ ਰਹੇ ਆ ਜਿਹੜਾ ਰੈਜ਼ੀਡੈਂਸ਼ੀਅਲ ਕੇਸ ਹੋਏ ਨਾ ਬੱਚੇ ਮਾਰੇ ਇਹਨਾਂ ਨੇ ਹਾਂਜੀ ਤੋਂ ਉਸ ਤੋਂ ਬਾਅਦ ਫੈਡਰਲ ਸਰਕਾਰ ਦਾ ਰਿਐਕਸ਼ਨ ਦੇਖਿਆ ਰੋ ਤਾਂ ਪਏ ਆ ਇਹ ਬਹੁਤ ਪ੍ਰਧਾਨ ਮੰਤਰੀ ਆਏ ਆ ਉਹ ਰੋਏ ਆ ਤੇ ਇਹਨਾਂ ਨੇ ਬੜੇ ਸਟੇਟਮੈਂਟਸ ਦਿੰਦੇ ਆ ਫਿਰ ਪੀਆਰ ਵਾਲਿਆਂ ਨੇ ਲਿਖ ਕੇ ਦਿੱਤੀਆਂ ਹੁੰਦੀਆਂ ਇਹਨਾਂ ਨੂੰ ਤੇ ਇਹਦੇ 'ਚ ਇੱਕ ਬਹੁਤ ਅਹਿਮ ਸਵਾਲ ਪੇਸ਼ ਕੀਤਾ ਉਹਨਾਂ ਦੇ ਲਾਇਰਸ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਪੁੱਛਣਾ ਵੀ ਤੁਸੀਂ ਸੀਰੀਅਸ ਵੀ ਹੈ ਇਸ ਗੱਲ ਬਾਰੇ ਫਿਰ ਇਹ ਹੁਣ ਵੱਡੀ ਇਸ਼ੂ ਬਣ ਗਈ ਹੈ ਸਾਰੇ ਕੈਨੇਡਾ 'ਚ ਹੀ ਨਹੀਂ ਬਾਕੀ ਮੁਲਕਾਂ 'ਚ ਵੀ ਹੋਣੀ ਆ ਮਤਲਬ ਸਾਰੇ ਪ੍ਰੋਵਿੰਸਸ ਦੇ ਵਿੱਚ ਵੀ ਕਿ ਪੋਲੀਟੀਸ਼ੀਅਨ ਜਦੋਂ ਕੁਝ ਕਹਿ ਕੇ ਜਾਂਦਾ ਕਿ ਉਹ ਸੀਰੀਅਸ ਵੀ ਆ ਦੇਖੋ ਡਾਕਟਰ ਸਾਹਿਬ ਇਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਬੰਧ ਦੇ ਵਿੱਚ ਭਾਵਨਾਤਮਕ ਸਟੇਟਮੈਂਟਸ ਤਾਂ ਬਹੁਤ ਦਿੱਤੀਆਂ ਨੇ ਤੇ ਇਮੋਸ਼ਨਲ ਵੀ ਇਹ ਬਹੁਤ ਜ਼ਿਆਦਾ ਹੋਏ ਨੇ ਪਰ ਉਹ ਸਿਰਫ ਮਹਿਜ਼ ਸਟੇਟਮੈਂਟਸ ਹੀ ਸੀ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਉਹ ਕਹਿੰਦੇ ਕਿ ਸਾਡਾ ਕੁਝ ਨਹੀਂ ਬਦਲਿਆ ਜੋ ਕੁਝ ਪਹਿਲਾਂ ਚੱਲਦਾ ਸੀ ਉਹੀ ਕੁਝ ਅੱਜ ਚੱਲ ਰਿਹਾ ਹਾਂਜੀ ਤੇ ਅਸੀਂ ਇਸ ਕਰਕੇ ਪੁੱਛਣਾ ਚਾਹੁੰਦੇ ਇਹਨਾਂ ਨੂੰ ਕਿ ਪ੍ਰਧਾਨ ਮੰਤਰੀ ਦੱਸਣ ਤੇ ਸਾਡੇ ਮਿਨਿਸਟਰ ਦੱਸਣ ਵੀ ਜੋ ਤੁਸੀਂ ਕੁਝ ਕਿਹਾ ਸੀ ਵੈਸੇ ਤਾਂ ਕਹਿੰਦੇ ਹੁੰਦੇ ਘਰ ਦੇ ਭਾਗ ਡੇਢੀ ਤੋਂ ਦਿਸ ਪੈਂਦੇ ਆ ਜਦੋਂ ਕੈਮਲੂਪਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਰੈਜ਼ੀਡੈਂਸ਼ੀਅਲ ਸਕੂਲਸ ਦੇ ਬੱਚਿਆਂ ਦੀਆਂ ਲਾਸ਼ਾਂ ਲੱਭੀਆਂ ਸੀ ਪ੍ਰਧਾਨ ਮੰਤਰੀ ਉੱਥੇ ਗਏ ਇਹਨਾਂ ਨੇ ਰੋਏ ਹੀ ਇਜ਼ ਅ ਗੁੱਡ ਐਕਟਰ ਐਕਚੁਅਲੀ
ਇਹਦੀ ਦਾਤ ਦੇਣੀ ਚਾਹੀਦੀ ਹੈ ਕਿ ਐਕਟਿੰਗ ਬੜੀ ਵਧੀਆ ਕਰ ਲੈਂਦੇ ਆ, ਕਿਉਂਕਿ ਹਰੇਕ ਬੰਦਾ ਨਹੀਂ ਰੋ ਸਕਦਾ। ਇਹ ਜਸਟਨ ਟਰੂਡੋ ਰੋ ਪੈਂਦੇ ਆ। ਬਾਕੀ ਤਾਂ ਬੰਦੇ ਆ ਕੇ ਪੜ੍ਹਨ, ਜੋ ਕੁਝ ਲਿਖਿਆ ਹੁੰਦਾ ਉਹਨਾਂ ਨੂੰ ਸਟੇਟਮੈਂਟ ਨਾਲ, ਉਹ ਪੜ੍ਹ ਦਿੰਦੇ ਨੇ। ਜਸਟਨ ਟਰੂਡੋ ਪੜ੍ਹੂਗਾ ਵੀ ਤਾਂ ਉਸ ਤੋਂ ਬਾਅਦ ਰੋਊਗਾ ਵੀ। ਅੱਛਾ, ਉੱਥੋਂ ਰੋ ਕੇ ਸਿੱਧਾ ਹੀ ਟਫੀਨੋ ਗਿਆ। ਹਾਂਜੀ, ਟਫੀਨੋ ਦੇ ਵਿੱਚ ਆਪਣੇ ਸਰਫਿੰਗ ਕਰ ਰਹੇ ਆ ਜੀ, ਮਜ਼ੇ ਲੈ ਰਹੇ ਆ, ਖੁਸ਼ੀ ਮਨਾ ਰਹੇ ਆ, ਟੱਪ ਨੱਚ ਰਹੇ ਆ। ਫਿਰ ਉਹ ਮੀਡੀਆ ਦੇ ਵਿੱਚ ਜਦੋਂ ਰੌਲਾ ਰੱਪਾ ਪੈ ਗਿਆ ਵੀ ਉੱਥੇ ਤਾਂ ਰੋ ਕੇ ਆਏ ਆ, ਫਿਰਦੇ ਤੁਸੀਂ ਟਫੀਨੋ ਆ, ਵੀ ਤੁਹਾਡੇ ਤੇ ਅਸਰ ਕੀ ਹੋਇਆ? ਤੁਸੀਂ ਕਹਿੰਦੇ ਆ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਹਾਂਜੀ, ਉੱਥੇ ਬੈਠ ਕੇ ਤਾਂ ਇਹੀ ਕਹਿੰਦੇ ਸੀ ਕਿ ਸਾਡੇ ਬੱਚਿਆਂ ਨਾਲ ਇਹਨਾਂ ਨਾਲ ਕੀ ਹੋਇਆ, ਕਿਉਂ ਹੋਇਆ, ਇਹਦੇ ਬਾਰੇ ਕੈਨੇਡਾ ਵਾਲਿਆਂ ਨੂੰ ਬੈਠ ਕੇ ਸੋਚਣਾ ਚਾਹੀਦਾ। ਤੁਸੀਂ ਆਪ ਸੋਚਣਾ ਛੱਡ ਦਿੱਤਾ ਕਿ ਤੁਸੀਂ ਟਫੀਨੋ ਦੇ ਵਿੱਚ ਜਾ ਕੇ ਸਰਫਿੰਗ ਕਰ ਰਹੇ। ਹੁਣ ਵੱਡਾ ਸਵਾਲ ਉਹਨਾਂ ਦੇ ਇਹ ਆ ਗਿਆ ਕਿ ਜਿਸ ਦਿਨ ਦੇ ਵੀ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਨੂੰ ਲੱਭੀਆਂ ਲਾਸ਼ਾਂ, ਉਸ ਦਿਨ ਤੋਂ ਤੁਸੀਂ ਕਹਿੰਦੇ ਆਉਨੇ ਆ ਸਟੇਟਮੈਂਟ ਪ੍ਰਾਈਮ ਮਿਨਿਸਟਰ ਦੀ ਹੁੰਦੀ ਹੈ, ਇੱਕ ਮਿਨਿਸਟਰ ਦੀ ਹੁੰਦੀ ਹੈ, ਸਾਰੇ ਪ੍ਰੀਮੀਅਰ ਦੀ ਵੀ ਹੁੰਦੀ ਹੈ। ਪਰ ਇਹ ਕੀ ਇਹ ਸੀਰੀਅਸ ਵੀ ਆ? ਤੁਸੀਂ ਜੋ ਕਹਿੰਦੇ ਆ ਉਹਦਾ ਮਤਲਬ ਕੀ ਆ? ਜੀ ਡਾਕਟਰ ਸਾਹਿਬ, ਬਿਲਕੁਲ ਉਹਨਾਂ ਦੇ ਜਿਹੜੇ ਸਵਾਲ ਆ ਬਿਲਕੁਲ ਜਾਇਜ਼ ਹੈਗੇ ਆ, ਕਿਉਂਕਿ ਸਟੇਟਮੈਂਟ ਤਾਂ ਸਾਰੇ ਇਸ਼ੂ ਕਰ ਦਿੰਦੇ ਆ, ਉਹਦੇ ਤੋਂ ਬਾਅਦ ਅਸਲ ਦੇ ਵਿੱਚ ਉਹਦੇ ਤੇ ਅਮਲ ਹੁੰਦਾ ਕਿ ਨਹੀਂ ਹੁੰਦਾ, ਕਿਉਂਕਿ ਹਾਲਾਤ ਤਾਂ ਸਾਰੇ ਸੇਮ ਬਣੇ ਹੋਏ ਆ। ਹੁਣ ਜਦੋਂ ਵੀ ਰਿਮੇਨਸ ਮਿਲੇ ਆ ਰੈਜ਼ੀਡੈਂਸ਼ੀਅਲ ਸਕੂਲਾਂ 'ਚੋਂ, ਉਦੋਂ ਤਾਂ ਸਭ ਨੇ ਕਿਹਾ ਕਿ ਬਹੁਤ ਜ਼ਿਆਦਾ ਮਾੜਾ ਹੋਇਆ, ਅਜਿਹਾ ਨਾ ਹੋਵੇ, ਅਸੀਂ ਰਿਵਿਊ ਕਰਨ ਦੇ ਲਈ ਕਮੇਟੀ ਬਿਠਾਈ ਆ ਕੀਤਾ, ਉਹ ਕੀਤਾ। ਪਰ ਅਸਲ ਦੇ ਵਿੱਚ ਜੇ ਜਾ ਕੇ ਦੇਖੋ ਜ਼ਮੀਨੀ ਪੱਧਰ ਤੇ, ਉੱਥੇ ਤਾਂ ਵੈਸੇ ਕੁਝ ਨਹੀਂ ਹੋਇਆ। ਕੰਸੀਲੀਏਸ਼ਨ ਦੀ ਗੱਲ ਕਰਦੇ ਆ। ਹਾਂਜੀ, ਕੈਨੇਡਾ ਦੇ ਵਿੱਚ ਉਹ ਕਹਿੰਦੇ ਰੀਕਨਸੀਲੀਏਸ਼ਨ ਕਾਹ ਨਾ ਹੋਣੀ? ਉਹੀ ਤਾਂ ਇੰਡੀਅਨ ਐਕਟ ਆ, ਜਿਹਨੇ ਸਾਡੇ ਨਾਲ ਆਹ ਕੁਛ ਕਰਾਇਆ ਉਹੀ ਲਾਗੂ ਅੱਜ ਤਾਂ। ਡਾਕਟਰ ਸਾਹਿਬ, ਇੰਡੀਅਨ ਐਕਟ ਦੀ ਤਾਂ ਇਹ ਗੱਲ ਹੀ ਨਹੀਂ ਕਰਦੇ। ਫਿਰ BC ਵੱਲ ਤੁਸੀਂ ਇਹ ਦੇਖ ਲਓ, BC ਦੇ ਵਿੱਚ ਜਿਹੜੇ ਚਿਲਡਰਨ, ਬੱਚਿਆਂ ਨੂੰ ਫੜ ਕੇ ਲਿਆਉਂਦੇ ਆ ਨਾ, ਪੇਰੈਂਟਸ ਦੇ ਕੋਲੋਂ ਖੋਹ ਕੇ ਲਿਆਉਂਦੇ ਆ, BC ਮਿਨਿਸਟਰੀ ਆਫ ਚਾਈਲਡ। ਤੇ ਇਹਨਾਂ ਦੇ ਵਿੱਚ ਨੰਬਰ ਜਿਹੜੇ ਆ ਫਰਸਟ ਨੇਸ਼ਨਸ ਦੇ ਬਹੁਤ ਜ਼ਿਆਦਾ ਹੈ। ਜਿੰਨੇ ਨੰਬਰ ਉਦੋਂ ਹੁੰਦੇ ਸੀ ਉਨੇ ਹੀ ਹੋਣੇ। ਹਾਂਜੀ, ਤੇ ਬਦਲਿਆ ਕੀ ਹੈ? ਕੁਝ ਵੀ ਨਹੀਂ। ਕੁਝ ਤੁਸੀਂ ਉਹਨਾਂ ਦੇ ਸਟੇਟਸ ਇੰਡੀਅਨ ਦੇ ਤੁਸੀਂ ਰਿਜ਼ਰਵ ਤੇ ਜਾ ਕੇ ਦੇਖੋ, ਭੰਗ ਭੁੱਜਦੀ ਹੈ। ਹਾਂਜੀ, ਜੇ ਤੁਸੀਂ ਕਿਤੇ ਸ਼ੈਂਟੀ ਟਾਊਨ ਜਾਂਦੇ ਹੋਰ ਜਗ੍ਹਾ ਤੇ, ਕਮ ਸੇ ਕਮ ਉਹਨਾਂ ਦੇ ਕਿਤੇ ਨਾ ਕਿਤੇ ਪੀਣ ਵਾਲਾ ਪਾਣੀ ਹੋਊਗਾ। ਜੀ, ਇੱਥੇ ਪੀਣ ਵਾਲਾ ਪਾਣੀ ਹੈ ਨਹੀਂ ਉਹਨਾਂ ਦੇ ਕੋਲ। ਹਾਂਜੀ, ਉਹ ਕਹਿੰਦੇ ਵੀ ਸਾਨੂੰ ਜਦੋਂ ਵੀ ਤੁਸੀਂ ਆਉਨੇ ਆ ਅਫਸੋਸ ਕਰਨ, ਤੁਸੀਂ ਸਟੇਟਮੈਂਟ ਦੇ ਜਾਂਦੇ ਆ, ਤੇ ਇਹਦਾ ਮਤਲਬ ਵੀ ਹੁੰਦਾ ਕੋਈ ਕਿ ਇਹ ਸਿਰਫ ਸਟੇਟਮੈਂਟ ਹੀ ਰਹਿੰਦੀਆਂ? ਇਹ ਵੱਡੀ ਗੱਲ ਹੈ। ਮਤਲਬ ਇੱਕ ਸਵਾਲ ਫਰਸਟ ਨੇਸ਼ਨਸ ਨੇ ਪਹਿਲੀ ਵਾਰੀ ਕੀਤਾ, ਇਹ ਦੂਸਰੇ ਲੋਕ ਵੀ ਕਿਤੇ ਪੁੱਛਣਗੇ ਕਿ ਤੁਸੀਂ ਤੁਹਾਡਾ ਮਤਲਬ ਇਹੀ ਹੁੰਦਾ ਕਿ ਤੁਸੀਂ ਸਟੇਟਮੈਂਟ ਦੇਣੀ ਆ? ਉਹ ਵੀ ਜਿਹੜੀ ਸਟੇਟਮੈਂਟ ਦਿੰਦੇ ਆ ਉਹ ਵੀ ਜਿਹੜੇ ਪਬਲਿਕ ਰਿਲੇਸ਼ਨਸ ਦੇ ਆਫੀਸਰ ਹਾਇਰ ਕੀਤੇ ਆ, ਉਹ ਲਿਖ ਕੇ ਦੇ ਦਿੰਦੇ ਇਹਨਾਂ ਨੂੰ। ਹਾਂਜੀ, ਇਹ ਆ ਕੇ ਪੜ੍ਹ ਜਾਂਦੇ ਆ, ਤਾਂ ਉਸ ਤੋਂ ਬਾਅਦ ਉਹਦਾ ਕੋਈ ਅਸਰ ਨਹੀਂ। ਫਿਰ ਸਟੇਟਮੈਂਟ ਦੇਣੀ ਕਿਉਂ? ਜੀ, ਫਿਰ ਤਾਂ ਕੋਈ ਮਤਲਬ ਨਹੀਂ ਡਾਕਟਰ ਸਾਹਿਬ ਸਟੇਟਮੈਂਟ ਦੇਣ ਦਾ। ਇਹ ਵੱਡੀ ਗੱਲ ਆ। ਜਿੱਦਾਂ ਇੰਡੀਆ ਦੀ ਸੁਪਰੀਮ ਕੋਰਟ ਇਸ ਵੇਲੇ ਇੱਕ ਕੇਸ ਸੁਣ ਰਹੀ ਹੈ, ਪਬਲਿਕ ਲਿਟੀਗੇਸ਼ਨ ਹੈ, ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਕਹਿੰਦੇ ਹੁੰਦੇ, ਕਿ ਜਿਹੜੇ ਪੋਲੀਟੀਸ਼ੀਅਨ ਜਦੋਂ ਕੋਈ ਵਾਅਦਾ ਕਰਦਾ ਆ, ਕੀ ਉਹਦਾ ਕੋਈ ਮਤਲਬ ਹੈ? ਜਦੋਂ ਉਹ ਸਰਕਾਰ ਬਣਾਉਂਦੇ, ਫਿਰ ਹੁਣ ਜਿੱਦਾਂ ਇਹਨਾਂ ਨੇ ਵਾਅਦਾ ਕੀਤਾ ਸੀ ਔਰਤਾਂ ਨੂੰ 1000 ਰੁਪਈਆ ਦੇਵਾਂਗੇ ਆਮ ਆਦਮੀ ਵਾਲੇ, ਉਦੋਂ ਬਾਅਦ ਇਹਨਾਂ ਨੂੰ ਪਤਾ ਲੱਗਾ, ਪਤਾ ਤਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕਿੰਨਾ ਕਰਜ਼ਾ ਆ ਪੰਜਾਬ ਦੇ ਸਿਰ, ਕਿੰਨੇ ਇਹਨਾਂ ਨੂੰ ਪੇਮੈਂਟਸ ਦੇਣੀਆਂ ਪੈਂਦੀਆਂ, ਤੇ ਹੁਣ ਇਹ ਵਾਧੂ ਖਰਚਾ ਆ। ਹੁਣ ਉਹੀ ਪੈਸੇ ਜਿਹੜੇ ਹਿਮਾਚਲ ਦੇ ਵਿੱਚ ਵਾਅਦਾ ਕਰ ਰਹੇ, ਪੰਜਾਬ ਵਾਲਿਆਂ ਨੂੰ ਤਾਂ ਦਿੱਤੇ ਨਹੀਂ ਇਹ। ਹਾਂਜੀ, ਤੇ ਹਿਮਾਚਲ ਵਾਲਿਆਂ ਦੇ ਵਿੱਚ ਇਲੈਕਸ਼ਨ ਆ ਗਈ, ਉਹਨਾਂ ਨੂੰ ਫੇਰ ਵਾਅਦਾ ਕਰਤਾ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਇਹੀ ਕਹਿਣਗੇ ਕਿ ਹੌਲੀ ਹੌਲੀ ਦੇਵਾਂਗੇ ਜ਼ਰੂਰ, ਪਰ ਤੁਸੀਂ ਉਡੀਕ ਕਰੋ ਸਾਡੀ। ਚੁਣਾਵੀ ਵਾਅਦਾ ਸੀ ਡਾਕਟਰ ਸਾਹਿਬ। ਚੁਣਾਵੀ ਵਾਅਦਾ ਹੈ ਨਾ ਜੀ, ਤੇ ਚੁਣਾਵੀ ਵਾਅਦੇ ਤਾਂ ਇੱਥੇ ਵੀ ਹੁੰਦੇ ਆ, ਉੱਥੇ ਵੀ ਹੁੰਦੇ ਆ। ਜਿਹੜੇ ਚੁਣਾਵੀ ਵਾਅਦੇ ਡਾਕਟਰ ਸਾਹਿਬ ਹੁੰਦੇ ਵੀ ਵੱਡੇ ਵੱਡੇ ਆ, ਰੀਅਲਿਸਟਿਕ ਹੁੰਦੇ ਨਹੀਂ। ਹੁਣ ਇੱਥੇ ਚੁਣਾਵੀ ਵਾਅਦਾ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਜਦੋਂ ਇਹ ਜਾ ਕੇ ਰੋਂਦੇ ਆ
ਕਿ ਸਾਡੇ ਤੋਂ ਗਲਤੀ ਹੋ ਗਈ, ਅਸੀਂ ਆਹ ਕਰਤਾ, ਤੁਹਾਡੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ। ਉਹ ਕਹਿੰਦੇ ਉਹੀ ਕੁਝ ਤਾਂ ਹੋ ਰਿਹਾ। ਹਾਂਜੀ, ਸਾਡਾ ਸਟੇਟਸ ਨਹੀਂ ਬਦਲਿਆ, ਸਾਡੇ ਹਾਲਾਤ ਨਹੀਂ ਬਦਲੇ ਇੱਥੇ। ਜੀ ਦੇਖੋ ਡਾਕਟਰ ਸਾਹਿਬ, ਜਦੋਂ ਫਰਸਟ ਟਾਈਮ ਇਹਨਾਂ ਨੂੰ ਰਿਮੇਨਸ ਮਿਲੇ ਸੀ, ਫਰਸਟ ਟਾਈਮ ਜਦੋਂ ਇਹ ਕੇਸ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਸਿਰਫ ਸਟੇਟਮੈਂਟਸ ਦਿੱਤੀਆਂ। ਜਿਹੜੀਆਂ ਸਟੇਟਮੈਂਟਸ ਇਹਨਾਂ ਨੇ ਦਿੱਤੀਆਂ ਵੀ ਸੀ, ਇਹਨਾਂ ਨੇ ਰਿਵਿਊ ਕਮੇਟੀਜ਼ ਵਗੈਰਾ ਬਿਠਾਈਆਂ, ਕਿੰਨਾ ਕੁਝ ਕੀਤਾ, ਪਰ ਅਸਲ ਦੇ ਵਿੱਚ ਇਹਨਾਂ ਨੇ ਲਾਗੂ ਕੀ ਕੀਤਾ? ਸਵਾਲ ਤਾਂ ਸਭ ਤੋਂ ਵੱਡਾ ਇਹ, ਲਾਗੂ ਤਾਂ ਕੁਝ ਨਹੀਂ ਕੀਤਾ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿੰਨੀ ਜਗ੍ਹਾ ਤੇ ਰਿਮੇਨਸ ਮਿਲਦੇ ਗਏ, ਇਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਨੇ ਆਉਂਦੀਆਂ ਗਈਆਂ, ਹਮੇਸ਼ਾ ਇੱਕ ਤੋਂ ਵੱਧ ਕੇ ਇੱਕ ਪੂਰੀਆਂ ਭਾਵਨਾਤਮਕ ਸਟੇਟਮੈਂਟਸ ਆਉਂਦੀਆਂ ਰਹੀਆਂ। ਉਹ ਸਿਰਫ ਇਹੀ ਆ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਐਕਟਿੰਗ ਬੜੀ ਸੋਹਣੀ ਕਰ ਲੈਂਦੇ ਆ ਕਿ ਸਾਨੂੰ ਤਕਲੀਫ ਹੋਈ ਆ। ਜੇ ਤਕਲੀਫ ਹੋਈ ਹੁੰਦੀ ਤਾਂ ਫਿਰ ਅਸਲ ਦੇ ਵਿੱਚ ਕੁਝ ਨਾ ਹੋਇਆ ਹੁੰਦਾ, ਅਸਲ ਦੇ ਵਿੱਚ ਇਹਨਾਂ ਨੇ ਕੋਈ ਐਕਸ਼ਨ ਨਾ ਕੀਤਾ ਹੁੰਦਾ ਤਾਂ ਕਿ ਦੁਬਾਰਾ ਤੋਂ ਇਹੋ ਜਿਹਾ ਕੁਝ ਨਾ ਹੋਵੇ। ਚਲੋ ਹੁਣ ਮੁਕੱਦਮੇ ਦੇ ਵਿੱਚ ਕੀ ਕੁਝ ਹੁੰਦਾ ਹੈ, ਪਰ ਇਹ ਸਵਾਲ ਜ਼ਰੂਰ ਅਹਿਮ ਹੈ ਕਿ ਜੋ ਤੁਸੀਂ ਕਹਿੰਦੇ ਆ ਸਰਕਾਰੀ ਤੌਰ ਤੇ, ਕੀ ਉਹਦਾ ਮਤਲਬ ਵੀ ਕੋਈ ਹੁੰਦਾ ਕਿ ਨਹੀਂ? ਹਾਂਜੀ, ਤੇ ਇਹ ਬੜੀ ਵੱਡੀ ਗੱਲ ਆ। ਇਹ ਸ਼ੁਰੂਆਤ ਹੈ। ਇਸ ਤਰ੍ਹਾਂ ਸ਼ਾਇਦ ਹੋਰ ਗਰੁੱਪ ਵੀ ਕਰਨਗੇ, ਆਮ ਵੋਟਰ ਵੀ ਪੁੱਛਣਗੇ ਕਿ ਤੁਸੀਂ ਸਾਨੂੰ ਕੁਝ ਕਿਹਾ, ਇਹਦਾ ਮਤਲਬ ਵੀ ਹੈ ਕੁਝ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਆ ਤੇ ਇਸ ਤੋਂ ਬਚ ਵੀ ਨਹੀਂ ਸਕਦੇ ਉਹ। ਡਾਕਟਰ ਸਾਹਿਬ, ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਫਾਰਮਰ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੁਣ ਆਪਣਾ ਜਿਹੜਾ ਗੁੱਸਾ ਹੈਗਾ ਉਹ ਡਿਪਾਰਟਮੈਂਟ ਆਫ ਜਸਟਿਸ ਤੇ ਝਾੜਿਆ, ਕਿਉਂਕਿ ਡੋਨਲਡ ਟਰੰਪ ਨੇ ਰਿਕੁਐਸਟ ਕੀਤੀ ਸੀ ਕਿ ਉਹਨਾਂ ਨੂੰ ਇੱਕ ਸਪੈਸ਼ਲ ਮਾਸਟਰ ਜਿਹੜਾ ਹੈਗਾ ਉਹ ਉਹਨਾਂ ਦੇ ਲਈ ਅਪਾਇੰਟ ਕੀਤਾ ਜਾਵੇ, ਪਰ ਉਸ ਨੂੰ ਡਿਨਾਈ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਉਹਨਾਂ ਦੇ ਰੈਜ਼ੀਡੈਂਸ ਤੇ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਸੀ FBI ਨੇ, ਉਹਨਾਂ ਨੇ ਕਿਹਾ ਸੀ ਕਿ ਸਪੈਸ਼ਲ ਮਾਸਟਰ ਜਿਹੜਾ ਰਿਟਾਇਰਡ ਜੱਜ ਆ ਕੋਈ ਖਾਸ, ਉਹ ਡਿਟਰਮਨ ਕਰੇ, ਫੈਸਲਾ ਕਰੇ ਕਿ ਇਹਦੇ ਵਿੱਚੋਂ ਕਿਹੜੇ ਡਾਕੂਮੈਂਟਸ ਜਿਹੜੇ ਆ ਕਲਾਸੀਫਾਈਡ ਸੀ ਜਾਂ ਨਹੀਂ ਕਲਾਸੀਫਾਈਡ, ਜਾਂ ਕਿਹੜੇ ਡਾਕੂਮੈਂਟ ਜਿਹੜੇ ਸਮਝਦੇ ਆ ਕਿ ਪਬਲਿਕ ਕੀਤੇ ਜਾਣ ਤਾਂ ਕਿਹੜੇ ਡਾਕੂਮੈਂਟਸ ਨਹੀਂ ਪਬਲਿਕ ਕੀਤੇ ਜਾਣ, ਉਹ ਇਹਦਾ ਫੈਸਲਾ ਕਰਨ। ਇਹ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਨੂੰ ਨਾ ਕਰਤੀ। ਹੁਣ ਇਸ਼ੂ ਤਾਂ ਇਹ ਬਣ ਜਾਂਦੀ ਕਿ ਜਿਹੜੀ ਦਾਅਵਾ ਕਰਦੇ ਆ ਇਹ ਕਿ ਸੀਕਰਟ ਡਾਕੂਮੈਂਟ ਉਹਨਾਂ ਨੇ ਆਪਣੇ ਘਰ ਨੂੰ ਲੈ ਗਏ, ਤੇ ਸੀਕਰਟ ਜਿਹੜੇ ਡਾਕੂਮੈਂਟਸ ਆ ਤੁਸੀਂ ਲਿਜਾ ਨਹੀਂ ਸਕਦੇ। ਪਹਿਲੀ ਗੱਲ ਤਾਂ ਇਹ ਕਾਨੂੰਨ ਨਹੀਂ ਆ ਕਿ ਤੁਸੀਂ ਸੀਕਰਟ ਡਾਕੂਮੈਂਟ ਆਪਣੇ ਘਰ ਨਹੀਂ ਲਿਜਾ ਸਕਦੇ। ਜਿਹੜਾ ਬੰਦਾ ਚੀਫ ਐਗਜ਼ੈਕਟਿਵ ਆ US ਦਾ, ਉਹ ਜਿੱਥੇ ਮਰਜ਼ੀ ਲਈ ਫਿਰੇ, ਉਹ ਆਪਣੇ ਕਈ ਵਾਰੀ ਬੈਗ ਦੇ ਵਿੱਚ ਪਾ ਕੇ ਤੁਰਿਆ ਹੋਇਆ ਕਿ ਉਹਦੇ ਤੁਸੀਂ ਦੇਖਿਆ ਹੋਣਾ ਨਾਲ ਇੱਕ ਕਰਨਲ ਤੁਰਿਆ ਜਾਂਦਾ ਹੁੰਦਾ, ਜਿਹਦੇ ਕੋਲ ਬੈਗ ਫੜਿਆ ਹੁੰਦਾ ਉਹਦੇ ਵਿੱਚ ਨਿਊਕਲੀਅਰ ਬਟਨ ਆ ਜਿਹੜਾ ਦੁਨੀਆ ਨੂੰ ਤਬਾਹ ਕਰ ਸਕਦਾ। ਉਹ ਪ੍ਰੈਜ਼ੀਡੈਂਟ ਦੇ ਨਾਲ ਫਿਰਦਾ ਹੁੰਦਾ। ਪ੍ਰੈਜ਼ੀਡੈਂਟ ਦੇ ਝੋਲੇ ਦੇ ਵਿੱਚ ਕਿਹੜੇ ਡਾਕੂਮੈਂਟ ਆ ਕਿਹੜੇ ਨਹੀਂ, ਇਹ ਉਹਨੂੰ ਹੀ ਪਤਾ ਹੈ। ਹਾਂਜੀ, ਅੱਛਾ, ਇੱਕ ਪ੍ਰੈਜ਼ੀਡੈਂਟ ਦੇ ਕੋਲ ਹੱਕ ਆ, ਉਹਦੇ ਕੋਲ ਐਕਚੁਅਲੀ ਕਾਨੂੰਨਨ ਹੱਕ ਆ ਕਿ ਉਹ ਡਿਕਲੇਅਰ ਕਰ ਦੇਵੇ ਕਿਸੇ ਨੂੰ ਸੀਕਰਟ ਜਾਂ ਕਿਸੇ ਨੂੰ ਓਪਨ। ਜੇ ਉਹ ਕਹਿੰਦਾ ਕਿ ਆਹ ਡਾਕੂਮੈਂਟ ਜਿਹੜਾ ਇਹ ਸੀਕਰਟ ਰਹਿਣਾ ਚਾਹੀਦਾ ਤਾਂ ਸੀਕਰਟ ਰਹੂਗਾ, ਨਹੀਂ ਕਹਿੰਦਾ ਤੇ ਉਹਨੂੰ ਓਪਨ ਵੀ ਕਰ ਸਕਦੇ ਆ ਜੀ। ਸੋ ਉਹ ਕਹਿੰਦੇ ਕਿ ਮੈਂ ਜਿਹੜੇ ਡਾਕੂਮੈਂਟ ਲੈ ਕੇ ਗਿਆ ਸੀ ਉਹ ਮੈਂ ਡਿਕਲੇਅਰ ਕਰਤੇ ਸੀ ਵੀ ਇਹ ਕਲਾਸੀਫਾਈਡ ਨਹੀਂ ਹੈ। ਹਾਂਜੀ, ਉਹਨਾਂ ਦੇ ਕੋਲ ਪਾਵਰ ਸੀਗੀ ਉਸ ਵੇਲੇ ਜੀ, ਜਿਸ ਵੇਲੇ ਲੈ ਗਏ ਸੀ। ਉਹਨਾਂ ਨੇ ਕਿਹਾ ਕਿ ਉਸ ਵੇਲੇ ਮੈਂ ਕਹਿਤਾ ਸੀ ਕਿ ਇਹ ਡਿਕਲੇਅਰ ਇਹ ਜਿਹੜੇ ਕਲਾਸੀਫਾਈਡ ਨਹੀਂ ਹੈ। ਦੂਸਰੀ ਵੱਡੀ ਗੱਲ ਉਹਨਾਂ ਨੇ ਇਹ ਨਾਲ ਹੀ ਉਹਨਾਂ ਨੇ ਕਹੀ ਹੈ, ਉਹ ਕਹਿੰਦੇ ਵੀ ਜੇ ਮੈਂ ਕੁਝ ਕਲਾਸੀਫਾਈਡ ਵੀ ਡਾਕੂਮੈਂਟਸ ਕਰ ਲੈ ਕੇ ਆਉਣਾ ਤਾਂ ਉਹ ਪ੍ਰੈਜ਼ੀਡੈਂਟ ਕਈਆਂ ਥਾਂ ਲਿਆਂਦਾ। ਪ੍ਰੈਜ਼ੀਡੈਂਟ ਕਈ ਵਾਰੀ ਕਲਾਸੀਫਾਈਡ ਡਾਕੂਮੈਂਟਸ ਤੁਸੀਂ ਦੇਖਿਆ ਹੋਣਾ ਪਲੇਨ ਦੇ ਵਿੱਚ ਜਾਂਦੇ ਆ, ਪਲੇਨ ਇਹਨਾਂ ਦਾ 에ਅਰਫੋਰਸ 1 ਜਿਹੜਾ ਜਿਹਨੂੰ ਕਹਿੰਦੇ ਆ, ਉਹ ਇਹਨਾਂ ਦਾ ਆਪਣਾ ਹੀ ਪਲੇਨ ਹੁੰਦਾ। ਹਾਂਜੀ, ਉਹਦੇ ਵਿੱਚ ਬੈਠ ਕੇ ਕੰਮ ਕਰਦੇ ਆ। ਐਕਚੁਅਲੀ ਉੱਥੇ ਆਫਿਸ ਬਣਾਇਆ ਇਹਨਾਂ ਨੇ ਜੀ, ਆਫਿਸ ਦੇ ਵਿੱਚ ਬੈਠਾ ਪ੍ਰੈਜ਼ੀਡੈਂਟ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਵਿੱਚੋਂ ਕਈ ਵਾਰ ਇਹ ਕਲਾਸੀਫਾਈਡ ਇਨਫੋਰਮੇਸ਼ਨ ਦੇਖਦੇ ਆ ਕਿਹੜੀ ਹੈਗੀ ਆ ਕਿਹੜੀ ਨਹੀਂ। ਤੇ ਉਹ ਕਹਿੰਦੇ ਕਿ ਮੈਂ ਇੱਕ ਪ੍ਰੈਜ਼ੀਡੈਂਟ ਸੀ ਤੇ ਉਹ ਮੈਨੂੰ ਕੰਮ ਕਰਨਾ ਹੀ ਪੈਣਾ ਸੀ। ਹਾਂਜੀ, ਤੇ ਪਰ ਅਜੇ ਤਾਈਂ ਡਿਪਾਰਟਮੈਂਟ ਆਫ ਜਸਟਿਸ ਨੇ ਕੋਈ ਕਮ ਸੇ ਕਮ ਕਲੇਮ ਦਾਇਰ ਨਹੀਂ ਕੀਤਾ ਕੋਰਟ ਦੇ ਵਿੱਚ ਕਿ ਇਹਨਾਂ ਨੇ ਕਿਹੜੇ ਕਲਾਸੀਫਾਈਡ ਡਾਕੂਮੈਂਟਸ ਲੈ ਕੇ ਗਏ ਆ, ਉਹਨਾਂ ਦੀ ਕੀ ਉਲੰਘਣਾ ਕੀਤੀ ਆ,
ਕੀ ਸਜ਼ਾ ਹੋਣੀ ਚਾਹੀਦੀ ਹੈ, ਫੇਰ ਤਾਂ ਟਰਾਇਲ ਚੱਲੂਗਾ ਨਾ। ਹਾਂਜੀ ਹੁਣ ਇਸ ਗੱਲ ਤੋਂ ਵੀ ਡਰਦੇ ਹੋਣੇ ਆ ਵੀ ਜੇ ਉਹ ਜੱਜ ਨੇ ਇਹ ਕਹਿਤਾ ਕਿ ਕਲਾਸੀਫਾਈਡ ਹੈ ਹੀ ਨਹੀਂ ਹੈ, ਜਿਹੜਾ ਚੀਫ ਐਗਜ਼ੈਕਟਿਵ ਆ ਉਹ ਕਿਸੇ ਵੀ ਡਾਕੂਮੈਂਟ ਨੂੰ ਅਨਕਲਾਸੀਫਾਈਡ ਕਰ ਸਕਦਾ। ਹਾਂਜੀ ਉਹ ਖੁਦ ਹੀ ਸੀ। ਦੂਸਰਾ, ਇਹ ਲਾਅ ਨਹੀਂ ਹੈ ਕਿ ਤੁਸੀਂ ਲਿਜਾ ਨਹੀਂ ਸਕਦੇ ਆਪਣੇ ਦਫ਼ਤਰ ਚੋਂ। ਜੀ ਇਹ ਰੈਗੂਲੇਸ਼ਨ ਚ ਵੈਸੇ ਹਦਾਇਤ ਕਰਦੇ ਹੁੰਦੇ ਆ ਕਿ ਤੁਸੀਂ ਜਿਹੜੇ ਕਲਾਸੀਫਾਈਡ ਡਾਕੂਮੈਂਟ ਹੈ ਇੱਥੇ ਹੀ ਰੱਖੋ, ਤਾਂ ਕਿ ਉਹ ਜਦੋਂ ਤੁਸੀਂ ਬਾਹਰ ਲੈ ਕੇ ਜਾਂਦੇ ਆ ਨਾ, ਉਹਨਾਂ ਦੇ ਗੁੰਮ ਹੋਣ ਦੀ ਖਦਸ਼ਾ ਹੁੰਦਾ ਹੈ। ਉਹਨਾਂ ਦਾ ਇਹ ਖਦਸ਼ਾ ਹੁੰਦਾ ਕਿਤੇ ਤੁਸੀਂ ਰੱਖ ਕੇ ਚਲੇ ਗਏ, ਭੁੱਲ ਗਏ, ਹਾਂਜੀ ਤਾਂ ਕਿਸੇ ਹੋਰ ਨੇ ਪੜ੍ਹ ਲਏ, ਜੀ ਜਿਹਨੂੰ ਨਹੀਂ ਪੜ੍ਹਨੇ ਚਾਹੀਦੇ, ਹਾਂਜੀ ਗਲਤ ਹੱਥਾਂ 'ਚ ਵੀ ਜਾ ਸਕਦੇ ਆ। ਗਲਤ ਹੱਥਾਂ 'ਚ ਜਾ ਸਕਦੇ। ਇਸ ਕਰਕੇ ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਦੇਖੋ ਵੀ ਜੇ ਮੈਂ ਲੈ ਕੇ ਆਇਆ ਨਾ, ਮੈਂ ਉਹਨਾਂ ਨੂੰ ਡੀਕਲਾਸੀਫਾਈਡ ਕਰ ਦਿੱਤਾ ਸੀ, ਹਾਂਜੀ ਜਿਹੜਾ ਕਿ ਇੱਕ ਪ੍ਰੈਜ਼ੀਡੈਂਟ ਦੇ ਕੋਲ ਹੱਕ ਆ, ਜੀ ਉਹ ਕਰ ਸਕਦੇ। ਉਹ ਕਿਸੇ ਵੀ ਚੀਜ਼ ਨੂੰ ਕੁਝ ਵੀ ਕਰ ਸਕਦਾ। ਚੀਫ ਐਗਜ਼ੈਕਟਿਵ ਆ, ਉਹ ਨੰਬਰ 1 ਬੰਦਾ ਹੈ, ਉਹਨਾਂ ਕੋਲ ਪਾਵਰ ਆ। ਪਾਵਰ ਆ ਉਹਨਾਂ ਨੂੰ। ਜੀ ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਡੋਨਲਡ ਟਰੰਪ ਨੇ ਆਪਣੀਆਂ ਦਲੀਲਾਂ ਤਾਂ ਦੇ ਦਿੱਤੀਆਂ ਹੈਗੀਆਂ ਨੇ। ਹੁਣ ਦੇਖੋ ਡਿਪਾਰਟਮੈਂਟ ਆਫ ਜਸਟਿਸ ਨੇ, ਪਰ ਇਹਦੇ ਵਿੱਚ ਇੱਕ ਹੋਰ ਵੀ ਡਾਕਟਰ ਸਾਹਿਬ ਸਵਾਲ ਸੀਗਾ। ਡਿਪਾਰਟਮੈਂਟ ਆਫ ਜਸਟਿਸ ਨੇ ਜਦੋਂ ਕਿਹਾ ਕਿ ਉਹ ਸਪੈਸ਼ਲ ਮਾਸਟਰ ਇਸ ਕਰਕੇ ਨਹੀਂ ਉਹਨਾਂ ਨੇ ਅਪਾਇੰਟ ਕੀਤਾ ਹੈਗਾ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਇਹ ਡੋਨਲਡ ਟਰੰਪ ਦਾ ਨਹੀਂ ਹੈ, ਯੂਐਸ ਦਾ। ਉਹ ਕਹਿੰਦੇ ਠੀਕ ਹੈ, ਯੂਐਸ ਦਾ ਮਸਲਾ ਹੈ ਨਾ, ਸਰਕਾਰ ਦਾ ਮਸਲਾ ਹੈ, ਹਾਂਜੀ ਇਹ ਇੱਕ ਵਿਅਕਤੀ ਦਾ ਮਸਲਾ ਨਹੀਂ ਹੈ। ਹਾਂਜੀ ਅੱਛਾ, ਉਹ ਵੀ ਤਾਂ ਸਰਕਾਰ ਦੇ ਹੈੱਡ ਸੀ ਨਾ। ਹਾਂਜੀ ਉਹ ਡੋਨਲਡ ਟਰੰਪ ਕਿਹੜਾ ਮੈਕਡੋਨਲਡ ਦਾ ਹੈੱਡ ਸੀ? ਜੀ ਉਹ ਵੀ ਤਾਂ ਸਰਕਾਰ ਦਾ ਚੀਫ ਐਗਜ਼ੈਕਟਿਵ ਸੀ, ਹਾਂਜੀ ਜਿਹੜਾ ਕੁਝ ਵੀ ਕਰ ਸਕਦਾ ਸੀ। ਹਾਂਜੀ ਸੋ ਇਸ ਕਰਕੇ ਉਹਨੂੰ ਇਹ ਕਹਿਣਾ ਕਿ ਸਰਕਾਰ ਦਾ ਮਸਲਾ ਆ, ਉਹਨੂੰ ਵੀ ਪਤਾ ਹੈ ਜੀ ਸਰਕਾਰ ਦਾ ਮਸਲਾ ਹੈ, ਸਰਕਾਰ ਦਾ ਹੈੱਡ ਸੀ ਉਹ। ਹਾਂਜੀ ਡਾਕਟਰ ਸਾਹਿਬ ਰੁਕ ਕਰਦੇ ਆ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਹੰਗਰੀ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਜਿਹੜੇ ਰਸ਼ੀਅਨ ਟੂਰਿਸਟ ਹੈਗੇ ਪਹਿਲਾਂ ਐਕਚੁਅਲੀ ਉਧਰ ਤੇ ਬੈਨ ਲਗਾਉਣ ਦੇ ਲਈ ਜਿਹੜੇ ਈਯੂ ਮੈਂਬਰ ਸੀਗੇ ਉਹ ਇਕੱਠੇ ਹੋਏ ਸੀ, ਉਹ ਸੋਚਦੇ ਸੀ ਵੀ ਉਹ ਬੈਨ ਲਗਾ ਦੇਣਗੇ, ਬਟ ਫਿਰ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣੀ ਹੈਗੀ, ਇਸ ਕਰਕੇ ਫਿਰ ਉਹਨਾਂ ਦਾ ਮਤਲਬ ਮਤਾ ਪਾਸ ਹੋ ਨਹੀਂ ਸਕਿਆ। ਤੁਸੀਂ ਕੀ ਕਹਿਣਾ ਚਾਹੋਗੇ ਟੂਰਿਸਟ ਤੇ ਬੈਨ? ਦੇਖੋ, ਇਹਨਾਂ ਦੇ ਵਿੱਚ ਇੱਕ ਤਾਂ ਨੇਟੋ ਦੀ ਪਾਲਿਸੀ ਹੈ ਕਿ ਕੁਝ ਇੱਕ ਨੇਸ਼ਨਸ ਤੇ ਕੁਝ ਇੱਕ ਦੇਸ਼ਾਂ ਤੇ ਅਮਰੀਕਾ ਵਾਲੇ ਥੋੜੇ ਜਿਹੇ ਉਂਗਲੀਆਂ ਉਠਾਉਂਦੇ ਰਹੇ ਆ, ਪਹਿਲਾਂ ਵੀ ਉਠਾਉਂਦੇ ਸੀ, ਹੁਣ ਵੀ ਉਠਾਉਂਦੇ ਆ ਵੀ ਤੁਸੀਂ ਸਾਡੇ ਨਾਲ ਨਹੀਂ ਚੱਲ, ਕਦਮ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ। ਹਾਂਜੀ, ਜੋ ਸਾਡੀ ਇੱਕ ਪਾਲਿਸੀ ਹੁੰਦੀ ਹੈ ਨੇਟੋ ਦੀ, ਉਹੋ ਹੀ ਅਪਣਾਉਣੀ ਚਾਹੀਦੀ ਹੈ। ਤੇ ਜ਼ਿਆਦਾ ਵੱਡੀ ਉਂਗਲੀ ਉੱਠਦੀ ਸੀ ਫਰਾਂਸ ਤੇ ਕਿ ਫਰਾਂਸ ਵਾਲੇ ਆਪਣੀਆਂ ਮਨਮਰਜ਼ੀਆਂ ਕਰਦੇ ਆ। ਇੱਕ ਵਾਰੀ ਇਹਨਾਂ ਨੇ ਨੇਟੋ ਛੱਡ ਕੇ ਵੀ ਚਲੇ ਗਏ ਸੀ ਵੀ ਸਾਡੇ ਵੈਸਟਰਨ ਅਲਾਇੰਸ ਨੂੰ ਕਹਿੰਦੇ ਆ, ਅਸੀਂ ਵੈਸਟਰਨ ਅਲਾਇੰਸ ਦੇ ਮੈਂਬਰ ਆ, ਪਰ ਵੈਸਟਰਨ ਅਲਾਇੰਸ ਦੇ ਮੈਂਬਰ ਦੇ ਤੌਰ ਤੇ ਸਾਡੇ ਨਾਲ ਉਹ ਉਸ ਤਰ੍ਹਾਂ ਕਦਮ ਨਾਲ ਕਦਮ ਨਹੀਂ ਮਿਲਾ ਕੇ ਤੁਰਦੇ। ਹਾਂਜੀ। ਸੋ ਉਹਨਾਂ ਨੇ, ਫਰਾਂਸ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਹੈ ਨੇ, ਯੂਰਪੀਅਨ ਯੂਨੀਅਨ ਮੈਂਬਰ ਦੇ ਤੌਰ ਤੇ ਪਹਿਲਾਂ ਪ੍ਰਪੋਜ਼ਲ ਦਿੱਤੀ ਸੀ ਕਿ ਅਸੀਂ ਅਜੇ ਤੱਕ, ਤੁਹਾਨੂੰ ਯਾਦ ਹੋਣਾ ਕੋਈ ਖਬਰਾਂ ਆਉਂਦੀਆਂ ਹੁੰਦੀਆਂ ਕਿ ਉਹਨਾਂ ਨੇ ਇੰਨੇ ਵਿਅਕਤੀਆਂ ਤੇ ਵੀਜ਼ਾ ਦੇਣਾ ਤੇ ਪਾਬੰਦੀ ਲਾਤੀ। ਹਾਂਜੀ। ਉਹਨਾਂ ਨੇ ਇੰਨੇ, ਪੱਛਮੀ ਦੇਸ਼ਾਂ ਨੇ ਵੀ ਕੁਛ ਲਾਈਆਂ, ਰਸ਼ੀਆ ਵਾਲਿਆਂ ਨੇ ਵੀ ਲਾਈਆਂ। ਹਾਂਜੀ। ਉਹ ਵੀ ਕਹਿੰਦੇ ਹੁੰਦੇ ਵੀ ਫਲਾਨਾ ਨਹੀਂ ਆ ਸਕਦਾ, ਸਾਡੇ ਫਲਾਨਾ ਨਹੀਂ ਆ ਸਕਦਾ। ਤੇ ਇਹਨਾਂ ਨੇ, ਫਰਾਂਸ ਵਾਲਿਆਂ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਟੋਟਲ ਬੈਨ ਲਾਈ ਜਾਵੇ। ਕੋਈ ਵੀ ਰਸ਼ੀਅਨ ਜਿਹੜੇ ਟੂਰਿਸਟ ਆ, ਵੈਸੇ ਤਾਂ ਟੂਰਿਜ਼ਮ ਲਈ ਤੁਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ, ਜਦੋਂ ਕੈਨੇਡਾ ਤੋਂ ਬਾਹਰ ਜਾਂਦੇ ਹੋ ਨਾ, ਖਾਸ ਤੌਰ ਤੇ ਯੂਐਸ ਦੇ ਵਿੱਚ, ਤਾਂ ਦੇਖਦੇ ਆ ਟੀਵੀ ਤੇ ਐਡਸ ਆਉਂਦੀਆਂ ਹੁੰਦੀਆਂ ਸਾਡੀਆਂ ਕਿ ਵਿਜ਼ਿਟ ਕੈਨੇਡਾ, ਬਿਊਟੀਫੁਲ ਕੈਨੇਡਾ, ਫਲਾਨਾ ਕੈਨੇਡਾ। ਮਤਲਬ ਅਸੀਂ ਸੱਦਾ ਦੇਣ ਜਾਣੇ ਲੋਕਾਂ ਨੂੰ ਵੀ ਸਾਡੇ ਆਓ ਤੁਸੀਂ, ਕਿਉਂਕਿ ਪੈਸੇ ਖਰਚਦੇ ਆ ਟੂਰਿਸਟ। ਟੂਰਿਜ਼ਮ ਜਿਹੜੀ ਇੱਕ ਸਰਵਿਸ ਇੰਡਸਟਰੀ ਦਾ ਬਹੁਤ ਵੱਡਾ ਹਿੱਸਾ ਟੂਰਿਜ਼ਮ ਤੇ ਡਿਪੈਂਡ ਕਰਦਾ। ਇੱਥੇ ਸਾਡੇ ਪੁੱਛ ਕੇ ਦੇਖ ਲਓ, ਜਿੰਨਾ ਟੂਰਿਜ਼ਮ, ਜਿੰਨੀ ਸਰਵਿਸ ਇੰਡਸਟਰੀ ਆ ਪੈਂਡੈਮਿਕ ਨੇ ਉਹਨਾਂ ਨੇ ਲੱਕ ਤੋੜ ਕੇ ਰੱਖ ਦਿੱਤਾ। ਤੇ ਇਦਾਂ ਹੀ ਯੂਰਪ ਦੇ ਵਿੱਚ ਹੋਇਆ ਸੀ, ਇੱਕ ਦੂਜੇ ਦੇ ਜਾਂਦੇ ਨਹੀਂ ਸੀ। ਹੁਣ ਯੂਰਪੀਅਨ ਜਿਹੜੀ, ਖਾਸ ਤੌਰ ਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਆ, ਉੱਥੇ ਤਾਂ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ, ਉਸ ਲੋਕੀ ਇੱਕ ਦੂਜੇ ਦੇ ਜਾਣ ਆਉਣ ਲੱਗ ਪਏ। ਇਹਨਾਂ ਨੇ ਪ੍ਰਪੋਜ਼ਲ ਦਿੱਤੀ ਕਿ ਰਸ਼ੀਆ ਦੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਵੀਜ਼ਾ ਦੇਣਾ ਬੰਦ ਕਰੋ, ਸਾਰੇ ਦੇ ਸਾਰੇ ਜਿੰਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ। ਤੇ ਹੁਣ ਯੂਰਪੀਅਨ ਯੂਨੀਅਨ ਦੇ ਮੈਂਬਰਾਂ ਦੇ ਵਿੱਚ ਅਸੀਂ ਕੱਲ੍ਹ ਗੱਲ ਕੀਤੀ ਸੀ
ਉਹਨਾਂ ਦੇ ਵਿੱਚ ਸੈਂਕਸ਼ਨ ਤੇ ਵੀ ਉਹ ਤਾਂ ਸਹਿਮਤ ਨਹੀਂ ਪੂਰੇ। ਹਾਂਜੀ। ਉਹਨਾਂ ਬਹੁਤੇ ਮੈਂਬਰਸ ਇਸ ਗੱਲ ਤੇ ਸਹਿਮਤ ਨਹੀਂ ਕਿ ਅਮਰੀਕਾ ਵਾਲੇ ਲੜਾਈ ਲੜ ਰਹੇ ਆ ਯੂਕਰੇਨ ਦੇ ਥਰੂ ਰਸ਼ੀਆ ਦੇ ਖਿਲਾਫ, ਇਹਨੂੰ ਬੰਦ ਕਰਾਉਣਾ ਚਾਹੀਦਾ, ਤਾਂ ਸਫਰਿੰਗ ਸਾਡੀ ਹੋ ਰਹੀ ਹੈ। ਹਾਂਜੀ। ਇਸ ਕਰਕੇ ਉਹਨਾਂ ਨੇ ਜਿਹੜੀ ਜਿੱਦਾਂ ਗੈਸ ਤੇ ਪਾਬੰਦੀ ਲਾਉਣੀ ਚਾਹੀਦੀ ਸੀ, ਤੇਲ ਤੇ ਪਾਬੰਦੀ ਲਾਉਣੀ ਚਾਹੀਦੀ ਸੀ, ਹੋਰ ਚੀਜ਼ਾਂ ਤੇ ਜਿਹੜੀ ਪਾਬੰਦੀ ਲਾਉਣੀ ਚਾਹੀਦੀ ਸੀ, ਟ੍ਰੇਡ ਉੱਦਾਂ ਹੀ ਕਰ ਰਹੇ ਹੋ। ਹੁਣ ਉਹਨਾਂ ਨੇ ਰੈਜ਼ੋਲੂਸ਼ਨ ਜਦੋਂ ਪੇਸ਼ ਕੀਤਾ, ਵੈਸੇ ਤਾਂ ਯੂਰਪੀਅਨ ਯੂਨੀਅਨ ਦੀ ਖਬਰ ਬਾਹਰ ਨਹੀਂ ਆਉਂਦੀ ਕਿਉਂਕਿ ਦੇਸ਼ ਸਾਰੇ ਇਕੱਠੇ ਬੈਠੇ ਹੁੰਦੇ, ਜੇ ਉਹਨਾਂ ਦਾ ਅੰਬੈਸਡਰ ਉੱਥੋਂ ਕੋਈ ਬਾਹਰ ਜਾ ਕੇ ਗੱਲ ਕਰੇ ਉਹ ਤਾਂ ਹੀ ਪਤਾ ਲੱਗਦਾ। ਹਾਂਜੀ। ਹੰਗਰੀ ਵਾਲਿਆਂ ਨੇ ਦੱਸ ਦਿੱਤਾ, ਕਹਿੰਦੇ ਪ੍ਰਪੋਜ਼ਲ ਆਈ ਸੀ, ਮਤਾ ਪੇਸ਼ ਕੀਤਾ ਸੀ ਉਹਨਾਂ ਨੇ, ਪਰ ਪਾਸ ਨਹੀਂ ਹੋਇਆ। ਹਾਂਜੀ। ਇਹਦਾ ਮਤਲਬ ਮੈਜੋਰਟੀ ਬੰਦੇ ਹੈ ਹੀ ਨਹੀਂ ਸੀ ਉਹਨਾਂ ਨਾਲ। ਹਾਂਜੀ। ਮੈਜੋਰਟੀ ਮੁਲਕ ਜਿਹੜੇ ਯੂਰਪੀਅਨ ਯੂਨੀਅਨ ਦੇ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਬੰਦ ਕਰਨੇ ਜੀ। ਜੇ ਰਸ਼ੀਅਨ ਲੋਕੀ ਇੱਥੇ ਆਉਂਦੇ ਆ, ਚੰਗੀ ਗੱਲ ਹੈ, ਪੈਸੇ ਖਰਚਦੇ ਆ। ਹਾਂਜੀ। ਇੱਥੇ ਸਾਡੇ ਨਾਲ ਬਿਜ਼ਨਸ ਕਰਦੇ ਆ ਸਾਡੇ ਲੋਕੀ। ਹੁਣ ਜੇ ਤੁਸੀਂ ਰਸ਼ੀਆ ਵਾਲਿਆਂ ਨੂੰ ਬੰਦ ਕਰੋਗੇ ਫਿਰ ਉਹ ਟੋਟਲ ਬੈਨ ਲਾ ਦੇਣਗੇ। ਹਾਂਜੀ। ਸਾਡਾ ਨਹੀਂ ਕੋਈ ਬੰਦਾ ਜਾ ਸਕਦਾ ਉੱਥੇ ਜੀ। ਸੋ ਦੋਹਾਂ ਪਾਸਿਆਂ ਨੂੰ ਬਰਾਬਰ ਦੀ ਗੱਲ ਹੈ ਨਾ। ਹਾਂਜੀ। ਤੇ ਇਸ ਗੱਲ ਤੇ ਜਿਹੜੇ ਪ੍ਰਪੋਜ਼ਲ ਦੇਣ ਵਾਲੇ ਆ ਫਰਾਂਸ ਵਾਲੇ ਵੀ ਥੋੜੇ ਨਾ ਖੁਸ਼ ਆ, ਖਾਸ ਤੌਰ ਤੇ ਅਮਰੀਕਾ ਵਾਲੇ ਨਾ ਖੁਸ਼ ਆ, ਕਿਉਂਕਿ ਬਾਈਡਨ ਸਾਹਿਬ ਵੀ ਇਹੀ ਚਾਹੁੰਦੇ ਸੀ ਵੀ ਇਹ ਪਾਬੰਦੀ ਲਾਉਣ, ਹਾਲਾਂਕਿ ਇਹਨਾਂ ਨੇ ਨਹੀਂ ਲਾਈ। ਆਪ ਨਹੀਂ ਲਾਈ। ਹਾਂਜੀ। ਕਿਉਂ? ਇਹਨਾਂ ਨੂੰ ਕਾਂਗਰਸ ਨੂੰ ਪੁੱਛਣਾ ਪੈਣਾ। ਹਾਂਜੀ। ਤੇ ਉੱਥੋਂ ਰਸ਼ੀਆ ਵਾਲਿਆਂ ਦੀ ਉਹਨਾਂ ਨੂੰ ਤਾਂ ਨਾਲ ਆ ਯੂਰਪ, ਉਹ ਤਾਂ ਆਉਂਦੇ ਨੇ, ਉਹ ਤਾਂ ਟ੍ਰੇਨ ਫੜ ਕੇ ਆ ਜਾਂਦੇ ਆ। ਹਾਂਜੀ। ਸੋ ਉਹਨਾਂ ਨੇ ਅਜੇ ਤਾਈਂ ਪਾਬੰਦੀ ਨਹੀਂ ਲਾਈ। ਹੋ ਸਕਦਾ ਵਿੰਟਰ ਦੇ ਵਿੱਚ ਪਤਾ ਨਹੀਂ ਇੱਕ ਵਾਰੀ ਦੁਬਾਰਾ ਮਤਾ ਪੇਸ਼ ਕਰਨਗੇ, ਪਰ ਇਹ ਕਮ ਸੇ ਕਮ ਇਹ ਸ਼ੋਅ ਕਰਦਾ ਹੈ ਕਿ ਯੂਰਪੀਅਨ ਯੂਨੀਅਨ ਸੈਂਕਸ਼ਨਜ਼ ਬਾਰੇ, ਟੂਰਿਜ਼ਮ ਬਾਰੇ ਇੱਕ ਸਹਿਮਤੀ ਹੈ ਨਹੀਂ ਉਹਨਾਂ ਦੇ ਵਿੱਚ। ਹਾਂਜੀ। ਸਾਰਿਆਂ ਦੀਆਂ ਆਪਣੀ ਆਪਣੀ ਰਾਏ ਆ ਜੀ। ਹਰੇਕ ਮੁਲਕ ਇਹੀ ਦੇਖਦਾ ਕਿ ਸਾਡੇ ਲਈ ਕੀ ਬਿਹਤਰ ਹੈ। ਹਾਂਜੀ, ਬਿਲਕੁਲ ਡਾਕਟਰ ਸਾਹਿਬ ਹੁਣ ਗੱਲ ਕਰਦੇ ਆ ਡੇ ਡ੍ਰੀਮਿੰਗ ਦੀ। ਵੈਸੇ ਤਕਰੀਬਨ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਜਿਹੜਾ ਹੈਗਾ ਦਿਨ 'ਚ ਸੁਪਨੇ ਤਾਂ ਦੇਖਦਾ ਹੀ ਆ, ਪਰ ਹੁਣ ਇੱਕ ਰਿਪੋਰਟ ਆਈ ਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੀ ਡੇ ਡ੍ਰੀਮਿੰਗ ਹੈਗੀ ਆ, ਇਹਨੂੰ ਸਾਈਕੈਟ੍ਰਿਕ ਡਿਸਆਰਡਰ ਸ਼ਾਇਦ ਉਹ ਘੋਸ਼ਿਤ ਕਰ ਦੇਣਗੇ ਜਾਂ ਕਰਨ ਜਾ ਰਹੇ ਨੇ। ਕੀ ਕਹਿਣਾ ਚਾਹੋਗੇ? ਦੇਖੋ, ਸਾਈਕਾਇਟਰੀ ਵਾਲਿਆਂ ਨੂੰ ਤਾਂ ਬੰਦੇ ਚਾਹੀਦੇ ਆ ਕਿ ਕੋਈ ਵੀ ਮਨੋਵਿਗਿਆਨ, ਕੋਈ ਵੀ ਦਿਮਾਗੀ ਬਿਮਾਰੀ ਸਮਝਦੇ ਆ ਤਾਂ ਇਹਨਾਂ ਉਹਨਾਂ ਦੇ ਪੈਸੇ ਬਣਦੇ ਆ ਜੀ। ਸੋਫੇ ਤੇ ਲੰਮਾ ਪਾਉਂਦੇ ਆ, 45 ਮਿੰਟ ਗੱਲਾਂ ਕਰਦੇ, ਅਗਲੇ ਨੂੰ ਕਹਿੰਦੇ ਜਾ ਬਾਹਰ ਚਾਹ, ਹੁਣ ਤੇਰਾ ਸੈਸ਼ਨ ਖਤਮ ਹੋ ਗਿਆ ਤੇ $500 ਦੇ ਦੇ ਉਹਨੂੰ ਜੀ। ਦੇਖੋ ਡਾਕਟਰ ਸਾਹਿਬ, ਹੁਣ ਬੰਦਾ ਸੁਪਨੇ ਵੀ ਨਾ ਲਵੇ। ਤੁਸੀਂ ਨਾਰਮਲੀ ਗੱਲਾਂ ਜਿਹੜੀਆਂ ਕਰਦੇ ਆ, ਇਹ ਮਨੋਵਿਗਿਆਨਿਕ ਵਾਲੇ, ਇਹ ਕਦੇ ਤੁਸੀਂ ਸੁਣਿਆ ਸਾਡੇ ਬਜ਼ੁਰਗ ਕਿਤੇ ਸਾਈਕੈਟਰਿਸਟ ਦੇ ਕੋਲ ਜਾਂਦੇ ਹੋਣ? ਨਹੀਂ। ਬੜੇ ਸੋਹਣੇ ਜੀਂਦੇ ਸੀ ਨਾ। ਹਾਂਜੀ। ਹੁਣ ਛੋਟੇ ਛੋਟੇ ਬੱਚੇ ਜਾਣ ਲੱਗ ਪਏ। ਹਾਂਜੀ। ਤੇ ਸਾਈਕੈਟਰੀ ਨੇ ਆਪਣੇ ਪੈਰ ਇੰਨੇ ਪਸਾਰੇ ਆ। ਹੁਣ ਨਵੀਂ ਗੱਲ ਹੈ ਕਿ ਦੇਖੋ, ਬੰਦਾ ਜਿੱਦਾਂ ਅਸੀਂ ਕਹਿੰਦੇ ਡੇ ਡ੍ਰੀਮਿੰਗ, ਸੁਪਨੇ ਕੌਣ ਨਹੀਂ ਲੈਂਦਾ? ਹਾਂਜੀ। ਇੱਕ ਤਾਂ ਸੁਪਨੇ ਆਉਂਦੇ ਆ ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ। ਹਾਂਜੀ। ਉਹ ਤਾਂ ਆਉਂਦੇ ਆ ਅਨਕੌਂਸ਼ੀਅਸ, ਉਹ ਸਾਡੀ ਕੌਂਸ਼ੀਅਸ ਕੰਮ ਨਹੀਂ ਕਰਦੀ, ਸਬ ਕੌਂਸ਼ੀਅਸ ਸਾਡੀ ਕੰਮ ਕਰਦੀ ਆ ਉਦੋਂ ਵੀ। ਹਾਂਜੀ। ਤਾਂ ਉਦੋਂ ਸੁਪਨੇ ਆਉਂਦੇ ਆ, ਉਹਨਾਂ ਤਾਂ ਅਸੀਂ ਸੁਪਨੇ ਅਸੀਂ ਚੁਣ ਨਹੀਂ ਸਕਦੇ ਵੀ ਆਹ ਸੁਪਨਾ ਆਵੇ ਤਾਂ ਆਹ ਨਾ ਆਵੇ। ਪਰ ਡੇ ਡ੍ਰੀਮਿੰਗ ਉਹ ਹੁੰਦੀ ਆ ਜਿਹੜਾ ਮਨ ਆਪਣੇ, ਇਹਦੀ ਪ੍ਰਾਈਮ ਐਗਜ਼ਾਮਪਲ ਆਪਣੇ ਦਿੰਦੇ ਹੁੰਦੇ ਨੇ, ਕਿਸੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਤਾਂ ਕਿਸੇ ਨੂੰ ਪੁੱਛ ਲਿਆ ਮਾਲਕ ਨੇ, ਰਾਮੂ ਤੂੰ ਇੱਥੇ ਬੈਠਾ, ਤੇਰੇ ਲਾਲਾਂ ਗਿਰਨ ਲੱਗੀਆਂ। ਉਹ ਕਹਿੰਦਾ ਸਰਦਾਰ ਜੀ ਮੈਂ ਸੋਚ ਰਿਹਾ ਸੀ ਵੀ ਮੇਰੇ ਪਰੌਂਠਿਆਂ ਤੇ ਚਾਰ ਰੱਖਿਆ ਹੈ ਤੇ ਚਾਰ ਦੇ ਨਾਲ ਪਰੌਂਠਾ ਖਾ ਰਿਹਾ। ਉਹ ਕਹਿੰਦਾ ਵੀ ਖਾਣਾ ਹੀ ਤਾਂ ਰਸਗੁੱਲੇ ਖਾ। ਹਾਂਜੀ। ਉਹ ਕਹਿੰਦਾ ਵੀ ਖਾਵਾਂ ਤਾਂ ਰਸਗੁੱਲੇ ਤਾਂ ਵੀ ਜੇ ਮੇਰੀ ਹਿੰਮਤ ਹੋਵੇ। ਹਾਂਜੀ। ਵੀ ਡੇ ਡ੍ਰੀਮਿੰਗ ਵੀ ਕਰਨੀ ਆ ਤਾਂ ਇੰਨੀ ਨਾ ਕਰੀਏ, ਪਰ ਡੇ ਡ੍ਰੀਮਿੰਗ ਜੇ ਕਰਨੀ ਆ ਤੁਸੀਂ ਕੁਝ ਵੀ ਖਾ ਸਕਦੇ ਆ। ਹਾਂਜੀ। ਤੁਸੀਂ ਬੈਠੇ ਆ, ਤੁਹਾਡਾ ਮਨ ਕਰਦਾ ਕਿ ਮੁਰਗਾ ਖਾਈਏ, ਅਸੀਂ ਮੁਰਗਾ ਖਾ ਲਓ ਤੁਸੀਂ। ਹਾਂਜੀ। ਤੁਹਾਡਾ ਜੀ ਕਰਦਾ ਤੁਸੀਂ ਸਟੇਕ ਖਾਣੀ, ਤੁਸੀਂ ਖਾ ਸਕਦੇ। ਹਰ ਇੱਕ ਬੰਦਾ ਜਿਹੜਾ ਮਨ ਜਦੋਂ ਵਿਹਲਾ ਬੈਠਾ, ਖਾਸ ਤੌਰ ਤੇ ਜਦੋਂ ਤੁਸੀਂ ਕੰਮ ਕਰਦੇ ਹੋ ਉਹ ਤਾਂ ਨਹੀਂ ਡੇ ਡ੍ਰੀਮਿੰਗ ਕਰ ਸਕਦੇ, ਜਦੋਂ ਵਿਹਲਾ ਬੈਠਾ ਆ ਜਾਂ ਲੰਮਾ ਪਿਆ ਆ, ਉਹਨੂੰ ਏਦਾਂ ਦੀ ਗੱਲ, ਉਹਨੂੰ ਸੁਪਨੇ ਉਦੋਂ ਆਉਣੇ ਸ਼ੁਰੂ ਹੁੰਦੇ ਜਦੋਂ ਉਹਦੀ ਐਕਚੁਅਲੀ ਨੀਂਦ ਸ਼ੁਰੂ ਹੁੰਦੀ ਹੈ। ਪਰ ਉਹਨਾਂ ਚਿਰ ਉਹ ਕੁਛ ਨਾ ਕੁਛ ਤਾਂ ਸੋਚਦਾ ਹੈ ਨਾ। ਹਾਂਜੀ।
ਇਦਾਂ ਤਾਂ ਤੁਸੀਂ ਇਹ ਬਟਨ ਤਾਂ ਸਾਡੀ ਬਾਡੀ ਦੇ ਵਿੱਚ ਹੈ ਨਹੀਂ ਵੀ ਤੁਸੀਂ ਆਫ ਕਰਕੇ ਤਾਂ ਪੈ ਗਏ ਆ ਜੀ। ਇਦਾਂ ਦਾ ਕੋਈ ਬਟਨ ਨਹੀਂ। ਹਾਂਜੀ। ਤੁਸੀਂ ਪਏ ਆ ਚਾਹੇ ਬੈਠੇ ਆ, ਤੁਸੀਂ ਕੁਛ ਨਾ ਕੁਛ ਸੋਚ ਰਹੇ ਆ। ਹਾਂਜੀ। ਹੁਣ ਉਹ ਕੀ ਪੋਜ਼ਿਟਿਵ ਸੋਚ ਸਕਦੇ ਹੋ ਉਦੋਂ, ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਉਹਨਾਂ ਬਾਰੇ ਸੋਚ ਸਕਦੇ। ਹਾਂਜੀ, ਦੇਖੋ ਡਾਕਟਰ ਸਾਹਿਬ, ਜਿੱਦਾਂ ਹੁਣ ਆਪਾਂ ਕਹਿੰਦੇ ਆ ਕਿ ਜਦੋਂ ਕੋਈ ਬੰਦਾ ਸੋਚਦਾ ਜਾਂ ਡੇ ਡ੍ਰੀਮਿੰਗ ਜਦੋਂ ਕਰਦਾ ਤਾਂ ਕੁਝ ਪੋਜ਼ਿਟਿਵ ਹੀ ਸੋਚੂਗਾ, ਕੋਈ ਨਾ ਕੋਈ ਚੀਜ਼ ਉਹ ਇਮੇਜਿਨ ਕਰੂਗਾ ਜਿਹੜੀ ਉਹ ਕਰਨੀ ਚਾਹੁੰਦਾ, ਉਹਦਾ ਮਨ ਹੈਗਾ, ਉਹਦੀ ਲਾਈਫ ਦੇ ਵਿੱਚ ਉਹ ਚੀਜ਼ ਨੂੰ ਕਿਸੇ ਨੂੰ ਅਚੀਵ ਕਰਨਾ ਚਾਹੁੰਦਾ, ਚਾਹੇ ਕੁਝ ਵੀ ਹੋ ਸਕਦਾ। ਪਰ ਇਹ ਜਿਵੇਂ ਕਹਿੰਦੇ ਆ ਕਿ ਇਹ ਸਾਈਕੈਟ੍ਰਿਕ ਡਿਸਆਰਡਰ ਹੈਗਾ, ਇਹ ਤਾਂ ਮੈਨੂੰ ਵੀ ਬਹੁਤਾ ਸਹੀ ਜਿਹਾ ਨਹੀਂ ਲੱਗਦਾ। ਦੇਖੋ ਉਹਨਾਂ ਨੂੰ ਤਾਂ ਹੈਗੀ ਪੈਸੇ ਬਣਾਉਣ ਦੀ ਗੱਲ। ਹਾਂਜੀ। ਜੇ ਕੋਈ ਬੰਦਾ ਸੋਚਦਾ ਆ, ਦੇਖੋ ਕਦੇ ਕੋਈ ਪੋਜ਼ਿਟਿਵ ਹੀ ਸੋਚੂਗਾ ਹਮੇਸ਼ਾ। ਹਾਂਜੀ। ਕਦੇ ਇਹ ਤਾਂ ਬੰਦੇ ਨੇ ਸੋਚਣਾ ਨਹੀਂ ਵੀ ਮੈਂ ਫਿਊਨਰਲ ਅਟੈਂਡ ਕਰ ਰਿਹਾ, ਮੈਂ ਉੱਥੇ ਬੈਠਾ ਆ, ਮੈਂ ਫਲਾਣੇ ਥਾਂ ਫਸਿਆ ਬੈਠਾ ਆ, ਮੈਨੂੰ ਸੀਟ ਨਹੀਂ ਮਿਲ ਰਹੀ, ਮੈਂ ਉੱਥੇ ਬੈਠਾ ਆ। ਹਾਂਜੀ। ਮੈਂ ਝੋਟੇ ਹੱਕਣ ਲੱਗਾ ਆ, ਮੈਂ ਉੱਥੇ ਬੈਠਾ ਆ। ਉਹ ਇਦਾਂ ਦੀਆਂ ਗੱਲਾਂ ਕਰੂਗਾ ਵੀ ਮੈਂ ਬਿਜ਼ਨਸ ਕਲਾਸ ਦੇ ਵਿੱਚ ਫਲਾਈ ਕਰ ਰਿਹਾ ਹਾਂ, ਮੈਂ ਕਿਸੇ ਰਿਜ਼ੋਰਟ ਤੇ ਬੈਠਾ ਹਾਂ। ਇੱਕ ਵਰਡ ਆ ਇੰਗਲਿਸ਼ ਦੇ ਵਿੱਚ ਸਟੇਕੇਸ਼ਨ। ਹਾਂਜੀ। ਸਟੇਕੇਸ਼ਨ ਮਤਲਬ ਹੁੰਦਾ ਵੀ ਤੁਸੀਂ ਵਕੇਸ਼ਨ ਤਾਂ ਨਹੀਂ ਕਰ ਸਕਦੇ, ਆਪ ਨਹੀਂ ਜਾ ਸਕਦੇ ਵੀ ਤੁਸੀਂ ਬਰਮਿਊਡਾ ਚਲ ਗਏ ਆ, ਤੁਸੀਂ ਅਰੂਬਾ ਚਲ ਗਏ ਆ, ਹਵਾਈ ਚਲ ਗਏ ਆ। ਉਹ ਤਾਂ ਬੰਦਾ ਨਹੀਂ ਜਾ ਸਕਦਾ। ਉੱਥੇ ਪਹਿਲਾਂ ਟਿਕਟ ਲਾਉਂਗੇ ਤਾਂ ਉੱਥੇ ਜਾਓਗੇ, ਫਿਰ ਹੋਟਲ ਬੁੱਕ ਕਰਾਓਗੇ। ਸਟੇਕੇਸ਼ਨ ਉਹ ਆ ਵੀ ਤੁਸੀਂ ਮਨ ਦੇ ਵਿੱਚ ਅੱਖਾਂ ਮੀਟ ਕੇ ਇਹ ਸੋਚ ਰਹੇ ਕਿ ਮੈਂ ਹਵਾਈ ਦੀ ਬੀਚ ਤੇ ਬੈਠਾ ਹਾਂ। ਹਾਂਜੀ। ਹੁਣ ਇਹ ਤੋਂ ਤਾਂ ਕੋਈ ਨਹੀਂ ਰੋਕ ਸਕਦਾ ਨਾ। ਹਾਂਜੀ। ਇਹ ਕੋਈ ਕਿਹੜਾ ਡਿਸਆਰਡਰ ਹੋ ਗਿਆ ਇਹ ਤਾਂ ਕੁਝ ਗਲਤ ਨਹੀਂ ਡਾਕਟਰ ਸਾਹਿਬ। ਹੁਣ ਬੰਦਾ ਸੋਚਦਾ ਹੀ ਆ, ਕਿਸੇ ਨੂੰ ਕੰਮ ਤੋਂ ਬ੍ਰੇਕ ਚਾਹੀਦੀ ਹੁੰਦੀ ਹੈ, ਤੁਸੀਂ ਮੈਂਟਲੀ ਬਹੁਤ ਜ਼ਿਆਦਾ ਟਾਇਰਡ ਹੋ ਜਾਂਦੇ ਹੋ, ਹੈ ਨਾ। ਤੁਸੀਂ ਇਮੇਜਿਨ ਤਾਂ ਕਰਦੇ ਹੀ ਹੋ ਵੀ ਤੁਸੀਂ ਸਾਰੀ ਜਿਹੜੀ ਇਹ ਹੈਕਟਿਕ ਤੁਹਾਡਾ ਜਿਹੜਾ ਸਕੈਜੂਲ ਆ, ਤੁਹਾਡੀ ਆਫਿਸ ਲਾਈਫ ਹੈਗੀ ਆ, ਜਿਹੜੀ ਤੁਹਾਡੀ ਬਾਕੀ ਆਲੇ ਦੁਆਲੇ, ਤੁਸੀਂ ਤਾਂ ਕਿਤੇ ਦੂਰ ਜਾਣਾ ਚਾਹੁੰਦੇ ਹੋ, ਜਿੱਥੇ ਨੇਚਰ ਦੇ ਨੇੜੇ ਜਾਣਾ ਚਾਹੁੰਦੇ ਹੋ, ਕਿਸੇ ਸ਼ਾਂਤ ਜਗ੍ਹਾ ਤੇ, ਸਮੁੰਦਰ ਦੇ ਕਿਨਾਰੇ, ਕਿਤੇ ਪਹਾੜੀਆਂ ਤੇ ਬੈਠ ਕੇ ਤੁਸੀਂ ਕੁਦਰਤ ਨੂੰ ਦੇਖਣਾ ਚਾਹੁੰਦੇ ਹੋ, ਹੈ ਨਾ। ਆਪਣੇ ਮਨ ਨੂੰ ਸਕੂਨ ਦੇਣ ਵਾਲੀ ਜਗ੍ਹਾ ਤੇ ਜਾਣਾ ਚਾਹੁੰਦੇ ਹੋ। ਹੁਣ ਇਹ ਕਿਸ ਤਰ੍ਹਾਂ ਡਿਸਆਰਡਰ ਹੋ ਗਿਆ? ਇਹ ਦੇਖੋ, ਇਹ ਤਾਂ ਪ੍ਰੋਫੈਸ਼ਨ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਬਣਾਉਣੇ। ਹਾਂਜੀ। ਤੇ ਪੈਸੇ ਬਣਾਉਂਦੇ ਆ ਛੋਟੀਆਂ ਛੋਟੀਆਂ ਗੱਲਾਂ ਤੋਂ। ਤੁਸੀਂ ਜੇ ਕੋਈ ਵਾਈਫ ਤੇ ਹਸਬੈਂਡ ਦੇਖੋ ਲੜਾਈ ਹੁੰਦੀ ਹੈ, ਅੱਗੇ ਵੀ ਲੜਾਈ ਹੁੰਦੀ ਸੀ, ਹੁਣ ਵੀ ਹੁੰਦੀ। ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਕਹਿੰਦੇ ਆ ਕਿ ਤੁਸੀਂ ਕਾਉਂਸਲਿੰਗ ਕਰੋ। ਹਾਂਜੀ, ਫਰਸਟ ਸਟੈਪ ਇਹੀ ਕਹਿੰਦੇ ਆ। ਪਹਿਲਾਂ ਇਹ ਕਹਿੰਦੇ ਨਾ। ਹਾਂਜੀ। ਕਾਉਂਸਲਿੰਗ। ਇਹਨਾਂ ਨੂੰ ਪੁੱਛੋ ਵੀ ਸਾਡੇ ਬਜ਼ੁਰਗ ਪਹਿਲਾਂ ਕਾਉਂਸਲਿੰਗ ਕਰਦੇ ਹੁੰਦੇ ਸੀ। ਹਾਂਜੀ। ਬੜੇ ਸੋਹਣੇ ਰਹਿੰਦੇ ਸੀ ਜੀ, ਸਾਰੀ ਉਮਰ ਇੱਕੋ ਹੀ ਵਿਆਹ ਹੁੰਦਾ ਸੀ ਉਹਨਾਂ ਦਾ। ਹਾਂਜੀ। ਕੋਈ ਹੋਰ ਨਹੀਂ ਸੀ। ਤੁਸੀਂ ਪੁਰਾਣੇ ਬਜ਼ੁਰਗਾਂ 'ਚ ਕਦੇ ਸੁਣਦੇ ਨਹੀਂ ਵੀ ਇਹਦੇ 2 ਵਿਆਹ ਸੀ, ਇਹਦੇ 3 ਵਿਆਹ ਸੀ। ਅੱਜ ਕੱਲ ਸੁਣਦੇ ਆ ਤੁਸੀਂ ਕਿ ਇਹ ਪਹਿਲੇ ਵਿਆਹ ਦੇ ਨਿਆਣੇ ਆ, ਆਹ ਦੂਜੇ ਵਿਆਹ ਦੇ ਨਿਆਣੇ ਆ। ਹਾਂਜੀ। ਹੈਨਾ, ਜਦੋਂ ਦੀ ਕਾਉਂਸਲਿੰਗ ਸ਼ੁਰੂ ਹੋਈ ਹੈ। ਦੇਖੋ ਡਾਕਟਰ ਸਾਹਿਬ, ਪਹਿਲੇ ਸਮੇਂ ਦੀ ਜੇ ਆਪਾਂ ਗੱਲਬਾਤ ਕਰਦੇ ਆ, ਹਨਾ, ਜਦੋਂ ਬਜ਼ੁਰਗਾਂ ਦੀ ਘਰ ਦੇ ਵਿੱਚ ਦੇਖੋ ਜੁਆਇੰਟ ਫੈਮਲੀਜ਼ ਹੁੰਦੀਆਂ ਸੀ, ਸਾਰੇ ਜਣੇ ਬੜਾ ਸੋਹਣਾ ਰਹੀ ਜਾਂਦੇ ਸੀ। ਤੇ ਹੁਣ ਤੁਸੀਂ ਦੇਖ ਲਓ ਵੀ ਘਰ ਦੇ ਵਿੱਚ 2 ਬੰਦਿਆਂ ਦਾ ਵੀ ਰਹਿਣਾ ਮੁਸ਼ਕਲ ਹੋ ਜਾਂਦਾ। ਹੁਣ ਦੇਖੋ ਇਹ ਬੱਚੇ ਜਾਂਦੇ ਆ ਐਕਚੁਅਲੀ ਇਹਨਾਂ ਦੇ ਕੋਲ, ਸਾਈਕੈਟ੍ਰਿਸਟ ਦੇ ਕੋਲ, ਕਿ ਮੇਰੇ ਤੋਂ ਆਪਣੀ ਸਪੇਸ ਹੈ ਨਹੀਂ ਘਰ ਦੇ ਵਿੱਚ। ਹਾਂਜੀ। ਅੱਛਾ, ਉਹ ਸਾਈਕੈਟ੍ਰਿਕ ਜਿਹੜੇ ਤੁਹਾਨੂੰ ਆ ਕੇ ਸੱਦਣ, ਤੁਹਾਨੂੰ ਕਹਿਣਗੇ ਵੀ ਪੇਰੈਂਟਸ ਨੂੰ ਵੀ ਭੇਜ, ਮੈਂ ਉਹਨਾਂ ਨੂੰ ਵੀ ਦੱਸਾਂ, ਉਹਨਾਂ ਦੀ ਵੀ ਛੱਲਾਂ ਵਾ, ਉਹਨਾਂ ਦੀ ਵੀ ਜੇਬ ਖਾਲੀ ਕਰਾਂ ਜਦ ਥੋੜੀ ਜਿਹੀ। ਉਹਨਾਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਕਹਿਣਗੇ ਕਿ ਤੁਹਾਡਾ ਬੱਚਾ ਸਪੇਸ ਚਾਹੁੰਦਾ ਆ, ਇਹਨੂੰ ਸਪੇਸ ਦਿਓ। ਉਹਨੂੰ ਲੱਗਦਾ ਇੰਟਰਫੀਰੈਂਸ ਜ਼ਿਆਦਾ ਹੁੰਦੀ। ਵੀ ਜੇ ਅਸੀਂ ਬੱਚੇ ਨਾਲ ਨਹੀਂ ਇੰਟਰਫੀਰੈਂਸ ਕਰ ਸਕਦੇ, ਦੂਜੇ ਦੇ ਕਰਾਂਗੇ ਤਾਂ ਉਹਨੇ ਘਸੁੰਨ ਮਾਰਨਾ ਸਾਡੇ। ਹਾਂਜੀ। ਦੱਸੋ, ਜੇ ਬੱਚੇ ਨਾਲ ਨਹੀਂ ਕਰੋਗੇ ਤਾਂ ਕਿਹਦੇ ਨਾਲ ਕਰੋਗੇ? ਹਾਂਜੀ। ਇਹ ਨਵਾਂ ਸਿਸਟਮ ਜਿਹੜਾ ਸਾਈਕੈਟਰੀ ਦਾ ਨਾ, ਐਕਸਪੈਂਸ਼ਨ ਹੋ ਰਹੀ ਹੈ। ਹੁਣ ਇਹ ਕਹਿ ਲਓ ਕਿ ਲੋਕਾਂ ਨੂੰ ਸੋਚਣੋਂ ਵੀ ਬੰਦ ਕਰ ਰਹੇ। ਹਾਂਜੀ। ਵੀ ਜੇ ਬੰਦਾ ਬੈਠਾ ਸੋਚਦਾ ਆ ਕਿ ਤੁਸੀਂ ਸੋਚੋ, ਕ੍ਰੀਏਟਿਵ ਸੋਚਦੇ ਬੰਦੇ ਕੀ। ਹਾਂਜੀ। ਕਿ ਜਿਹੜੇ ਕਵਿਤਾ ਲਿਖਦੇ ਆ ਉਹ ਪਹਿਲਾਂ ਸੋਚਦੇ, ਉਦੋਂ ਬਾਅਦ ਹੀ ਲਿਖਦੇ ਨਾ। ਕਹਾਣੀ ਲਿਖਦੇ ਆ, ਤੁਸੀਂ ਪਹਿਲਾਂ ਸੋਚਦੇ ਆ ਤਾਂ ਫਿਰ ਕਹਾਣੀ ਸੁਣਾਉਂਦੇ ਆ। ਹਾਂਜੀ। ਅੱਛਾ, ਮੈਨੂੰ ਕੋਈ ਦੱਸੇ ਵੀ ਤੁਹਾਨੂੰ ਫਰਾਈਡੇ ਵਾਲੇ ਦਿਨ ਕਹਾਣੀ ਸੁਣਾਉਣ ਤੋਂ ਪਹਿਲਾਂ ਸਾਈਕੀਐਟ੍ਰਿਕ ਦੇ ਕੋਲ ਜਾਣਾ ਚਾਹੀਦਾ। ਕਿਉਂਕਿ ਕਹਾਣੀ ਸੁਣਾਉਣਾ ਆਪਣੇ ਆਪ ਵੀ ਇੱਕ ਕ੍ਰੀਏਟਿਵਿਟੀ
ਕ੍ਰੀਏਟਿਵ ਗੱਲ ਕਰਨ ਦੀ ਗੱਲ। ਜੀ ਦੇਖੋ ਡਾਕਟਰ ਸਾਹਿਬ, ਹੁਣ ਜਿਵੇਂ ਆਪਾਂ ਰੇਡੀਓ ਤੇ ਕੰਮ ਕਰਦੇ ਹਾਂ, ਹੁਣ ਜੇ ਅਸੀਂ ਕੋਈ ਵੀ ਸਟੋਰੀ ਦੱਸਣੀ ਆਪਣੇ ਲਿਸਨਰਸ ਨੂੰ ਸੁਣਾਉਣੀ ਆ, ਸਾਨੂੰ ਉਹਨਾਂ ਦੇ ਸਾਹਮਣੇ ਕ੍ਰੀਏਟ ਕਰਨਾ ਪੈਂਦਾ, ਜਿਹੜਾ ਉਹ ਜਿਹੜੀ ਸਟੋਰੀ ਅਸੀਂ ਸੁਣਾ ਰਹੇ ਹੈਗੇ ਆ ਹਨਾ, ਉਹਦੇ ਲਈ ਤਾਂ ਸਾਨੂੰ ਇਮੈਜਿਨ ਕਰਨਾ ਪਊਗਾ ਨਾ। ਉਹਲੇ ਪਹਿਲਾਂ ਹੀ ਤੁਸੀਂ ਇਮੇਜਿਨ ਕਰੋਗੇ। ਹਾਂਜੀ। ਤੇ ਇਮੇਜਿਨ ਕਰਨ ਨੂੰ ਸਾਈਕਾਇਟਰੀ ਵਾਲੇ ਕਹਿੰਦੇ ਕਿ ਨਹੀਂ, ਇਹ ਡਿਸਆਰਡਰ ਹੈ ਕੋਈ। ਹਾਂਜੀ। ਅਸੀਂ ਜੇ ਪਹਿਲਾਂ ਹੀ ਕੋਈ ਸੋਚ ਰਹੇ ਹਾਂ ਗੱਲ, ਜੇ ਇੱਥੇ ਬੈਠੇ ਹਾਂ ਸਰੀ ਦੇ ਵਿੱਚ, ਬਹੁਤੀ ਵਾਰੀ ਅਸੀਂ ਸੋਚਦੇ ਹੁੰਦੇ ਡੇ ਡਰੀਮਿੰਗ ਮੇਰੀ ਤਾਂ ਇਹ ਹੁੰਦੀ ਹੈ, ਬਾਕੀਆਂ ਦੀ ਪਤਾ ਨਹੀਂ। ਬਹੁਤੀ ਵਾਰੀ ਤਾਂ ਮੇਰੀ ਵਕੇਸ਼ਨ ਇੰਡੀਆ ਦੀ ਹੁੰਦੀ ਹੈ, ਮੈਂ ਆਪਣੇ ਪਿੰਡ ਤੁਰਿਆ ਫਿਰਦਾ ਹੁੰਦਾ। ਹਾਂਜੀ। ਮੇਰੀ ਡੇ ਡਰੀਮਿੰਗ ਇਹ ਹੁੰਦੀ ਕਿ ਪਿੰਡ ਦੇ ਵਿੱਚ ਉੱਥੇ ਬੈਠੇ ਹਾਂ, ਇਹਨਾਂ ਗੱਲ ਕਰ ਰਹੇ ਹਾਂ, ਉਹਨਾਂ ਨਾਲ ਗੱਲ ਕਰ ਰਹੇ ਹਾਂ। ਹੋ ਸਕਦਾ ਫਿਜ਼ੀਕਲੀ ਉਹ ਨਾ ਹੀ ਗੱਲ ਕਰਨ ਹੋਣ, ਪਰ ਉਹ ਮਨ ਦੇ ਵਿੱਚ ਤਾਂ ਹੁੰਦਾ ਕਿ ਪਹਿਲਾਂ ਇਹਨਾਂ ਦੇ ਨਾਲ ਬੈਠਦੇ ਹੁੰਦੇ ਸੀ, ਇਹਨਾਂ ਦੇ ਉੱਠਦੇ ਹੁੰਦੇ ਸੀ, ਖੂਹ ਤੇ ਜਾਂਦੇ ਹੁੰਦੇ ਸੀ, ਉੱਥੇ ਆਹ ਬੰਦੇ ਮਿਲਦੇ ਹੁੰਦੇ ਸੀ। ਹੁਣ ਇਹ ਕਹਿਣ ਕਿ ਤੈਨੂੰ ਡਿਸਆਰਡਰ ਹੋਇਆ। ਦੇਖੋ ਡਾਕਟਰ ਸਾਹਿਬ, ਤੁਹਾਡੇ ਮਨ ਦੇ ਵਿੱਚ ਇੱਕ ਚਾਹਤ, ਇੱਕ ਕਹਿ ਲਓ ਕਿ ਉਲਾਸ ਜਿਹਾ ਹੈਗਾ, ਕਿ ਇੱਕ ਐਕਸਾਈਟਮੈਂਟ ਹੈ ਕਿ ਜਿਵੇਂ ਤੁਸੀਂ ਇਮੈਜਿਨ ਕਰਦੇ ਕਿ ਮੈਂ ਪੰਜਾਬ ਜਾਣਾ, ਬੰਦੇ ਦੇ ਫੇਸ ਤੇ ਕਿੰਨੀ ਸਮਾਈਲ ਆਉਂਦੀ ਹੈ ਵੀ ਉੱਥੇ ਜਾ ਕੇ ਮੈਂ ਆਪਣੇ ਫਰੈਂਡਸ ਨੂੰ ਮਿਲਣਾ, ਰਿਲੇਟਿਵਸ ਨੂੰ ਮਿਲਣਾ, ਮੈਂ ਆਪਣੇ ਖੇਤਾਂ 'ਚ ਜਾਣਾ, ਚਾਹੇ ਤੁਸੀਂ ਉੱਥੇ ਜਾ ਕੇ ਬੈਠੋ, ਤੁਹਾਨੂੰ ਕਿੰਨਾ ਸਕੂਨ ਮਿਲਦਾ। ਪਰ ਜੇ ਹੁਣ ਇਹਨੂੰ ਵੀ ਡਿਸਆਰਡਰ ਕਹੀ ਜਾਣ, ਇਹ ਤਾਂ ਕੋਈ ਬਹੁਤੀ ਵਧੀਆ ਗੱਲ ਹੈ ਨਹੀਂ। ਫਿਰ ਇਹਦਾ ਮਤਲਬ ਹਰ ਇੱਕ ਪ੍ਰੋਫੈਸ਼ਨ ਇੱਥੇ ਤਾਂ ਹੀ ਆ ਗਿਆ ਕਿ ਲੋਕਾਂ ਨੂੰ ਕੋਈ ਆਜ਼ਾਦੀ ਨਹੀਂ, ਉਹਨਾਂ ਨੇ ਕੀ ਖਾਣਾ ਅਸੀਂ ਇਹਨਾਂ ਨੂੰ ਦੱਸਾਂਗੇ। ਪਹਿਲੀ ਵਾਰੀ ਆ, ਮਤਲਬ ਸਰਕਾਰਾਂ ਤਾਂ ਪਹਿਲਾਂ ਹੀ ਬਣਦੀਆਂ ਰਹੀਆਂ, ਕਦੇ ਕਿਸੇ ਨੇ ਹੈਲਥ ਗਾਈਡ ਪੇਸ਼ ਕੀਤੀ ਹੈ ਵੀ ਲੋਕੀ ਆ ਇੰਨਾ ਕੁ ਤਾਂ ਸੋਚਦੇ ਹੀ ਹੋਣਗੇ ਵੀ ਕੀ ਖਾਣਾ ਅਸੀਂ, ਕੀ ਨਹੀਂ ਖਾਣਾ। ਹਾਂਜੀ। ਤੁਸੀਂ ਹੈਲਥ ਗਾਈਡ ਇਹਨਾਂ ਨੂੰ ਦੇਣ ਲੱਗੇ। ਇਹ ਕੈਨੇਡਾ ਵਾਲੇ ਹਰੇਕ ਸਾਲ ਹੈਲਥ ਗਾਈਡ ਅਪਡੇਟ ਕਰਦੇ ਆ। ਹਾਂਜੀ। ਉਹ ਕਾਫੀ ਵੱਡੀ ਆ ਜੀ। ਬੇਸਿਕਲੀ ਇਹ ਦੱਸਣ ਦੀ ਗੱਲ ਆ, ਜਿੱਦਾਂ ਮੈਡੀਵਲ ਟਾਈਮ ਤੇ ਚਰਚ ਦੱਸਦਾ ਹੁੰਦਾ ਸੀ, ਮਾਸਕ ਵਾਲੇ ਜਿੱਦਾਂ ਦੱਸਦੇ ਹੁੰਦੇ ਸੀ, ਧਾਰਮਿਕ ਸੰਸਥਾਵਾਂ ਦੱਸਦੀਆਂ ਵੀ ਆਹ ਖਾਣਾ, ਆਹ ਨਹੀਂ ਖਾਣਾ। ਹੁਣ ਅਸੀਂ ਉਸੇ ਲੈਵਲ ਤੇ ਆ ਗਏ। ਉਹ ਤਾਂ 2-4 ਗੱਲਾਂ ਹੀ ਦੱਸਦੇ ਹੁੰਦੇ ਸੀ ਵੀ ਤੁਸੀਂ ਵੀ ਸੂਰ ਨਹੀਂ ਖਾਣਾ, ਤੁਸੀਂ ਗਾਂ ਨਹੀਂ ਖਾਣੀ, ਤੁਸੀਂ ਘੋੜਾ ਨਹੀਂ ਖਾਣਾ, ਤੁਸੀਂ ਸੰਡੇ ਵਾਲੇ ਦਿਨ ਚਰਚ ਨੂੰ ਜਾਣਾ। ਹੁਣ ਵਾਲਾ ਜਿਹੜਾ ਚਰਚ ਆ, ਹੁਣ ਵਾਲੀ ਜਿਹੜੀ ਓਟਵਾ ਦੀ ਗਾਈਡਲਾਈਨ ਆ, ਵਾਸ਼ਿੰਗਟਨ DC ਦੀ ਗਾਈਡਲਾਈਨ ਹੈ, ਇਹ ਕਈ ਸਫ਼ਿਆਂ ਦੀ ਆ। ਹਾਂਜੀ। ਸੋ ਲੋਕਾਂ ਦੀ ਆਜ਼ਾਦੀ ਜਿਹੜੀ ਆ ਵੱਧ ਨਹੀਂ ਰਹੀ, ਉਹ ਘਟ ਰਹੀ ਆ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਇਸੇ ਨਾਂ ਤੇ ਅੱਜ ਦਾ ਵਿਚਾਰ ਵੀ ਦੱਸ ਦਿਓ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਸਿਆਣੇ ਕਹਿੰਦੇ ਆ ਕਿ ਦੂਸਰਿਆਂ ਵਿੱਚ ਗਲਤੀਆਂ ਕੱਢਣ ਦੀ ਬਜਾਏ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲੈਣਾ ਚਾਹੀਦਾ। ਇਸ ਨੋਟ ਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।